ਸਤਨਾਮ ਸ੍ਰੀ ਵਾਹਿਗੁਰੂ ਜੀ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਓ। ਸਿਮਰਤ ਸਾਸਤਰ ਵੇਦ, ਸਭੈ ਬਹੁ ਭੇਦ, ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹਿ ਬਖਾਨਿਓ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ, ਦਿਸਨ ਛਬੇ ਛਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਹਰ ਮਿਲਣੈ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਲੇਖੇ ਵਿੱਚ ਲਾ ਲੋ ਜੀ, ਜਨਮ ਤੁਮਾਰੇ ਲੇਖੇ। ਲੇਖੇ ਵਿੱਚ ਲਾ ਲੋ ਜੀ, ਜਨਮ ਤੁਮਾਰੇ ਲੇਖੇ।
अब पतियार क्या कीजै, बचनी तोर मोर मन मानै, जन को पूरन दीजै। हऊँ बल बल जाऊं रमैया कारणे, कारण कवन अबोल। बहुत जन्म बिछरे थे माधो, एहो जन्म तुम्हारे लेखे। कह रविदास आस लग जीवो, चिर पयो दर्शन देखे। अगे कईयां जन्मां दे बिछड़े, हुण ना बिछोड़ी वाहिगुरू। कईयां जन्मां दे बिछड़े, हुण ना बिछोड़ी वाहिगुरू। ਹੁਣ ਨਾਮ ਛੋੜੀ ਵਾਹਿਗੁਰੂ ਅਗੇ। ਕਈਆਂ ਜਨਮਾਂ ਦੇ ਵਿਛੜੇ, ਜਨਮਾਂ ਦੇ ਦਾਤਾ ਵਿਛੜੇ, ਹੁਣ ਨਾਮ ਛੋੜੀ ਵਾਹਿਗੁਰੂ। ਕਈਆਂ ਜਨਮਾਂ ਦੇ ਵਿਛੜੇ, ਹੁਣ ਨਾਮ ਛੋੜੀ ਵਾਹਿਗੁਰੂ। बहुत जन्म बिछरे थे माधो, जन्म तुम्हारे कह रविदास आस लग जीवा। बहुत जन्म बिछरे थे माधो, एहो जन्म तुम्हारे लेखे। कह रविदास आस लग जीवो, चिर पयो दर्शन देखे। दीन दुनिया दे मालक, जुगो जुग अटल, दसां पातशाहियां दी आत्मक जोत, सर्व उपमा जोग, धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੁਭਾਏਮਾਨ ਸਤਿਕਾਰਯੋਗ ਸਾਧ ਸੰਗਤ ਜੀ। ਆਪ ਜੀ ਜਿਤਨੀਆਂ ਵੀ ਸੰਗਤਾਂ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜੁੜੇ ਬੈਠੇ ਹੋ, ਭਾਗਾਂ ਵਾਲੇ ਹੋ। ਮਹੀਨਾਵਾਰੀ ਗੁਰਮਤਿ ਸਮਾਗਮ ਦੀ ਹਾਜ਼ਰੀ ਭਰ ਰਹੇ ਹੋ। ਜਿੰਨਾ ਕੁ ਸਮਾਂ ਆਪਣੇ ਕੋਲ ਬਕਾਇਆ ਹੈ, ਉਹਦੇ ਤੋਂ ਲਾਹਾ ਲੈਣ ਵਾਸਤੇ ਚਿੱਤ ਦੀ ਇਕਾਗਰਤਾ ਰੱਖੋ। ਗੱਲਾਂ ਬਾਤਾਂ ਨਾ ਕਰੋ, ਗੱਲਾਂ ਤੋਂ ਸੰਕੋਚ ਰੱਖੋ। ਸਰੀਰ ਸਾਵਧਾਨ ਰੱਖੋ। ਧਿਆਨ ਖਿਆਲ ਆਪਣਾ ਗੁਰੂ ਬਾਣੀ, ਗੁਰੂ ਸ਼ਬਦ, ਗੁਰੂ ਵਿਚਾਰ ਵਿੱਚ ਟਿਕਾ ਕੇ ਰੱਖੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਮੇਂ ਦੀ ਗਤੀਵਿਧੀ ਹੈ,
ਸਮੇਂ ਅਨੁਸਾਰ ਮੌਸਮ ਬਦਲਦੇ ਹਨ, ਰੁੱਤਾਂ ਬਦਲ ਜਾਂਦੀਆਂ ਨੇ, ਮਹੀਨੇ ਬਦਲਦੇ ਹਨ। ਅੱਜ ਸੰਗਰਾਂਦ ਦਾ ਦਿਹਾੜਾ ਹੈ। ਸਾਵਣ ਦਾ ਮਹੀਨਾ ਅੱਜ ਆਰੰਭ ਹੋਇਆ। ਸਾਲ ਦੇ ਵਿੱਚ 12 ਮਹੀਨੇ ਹੈ, 6 ਰੁੱਤਾਂ ਹੁੰਦੀਆਂ ਨੇ, 2-2 ਮਹੀਨੇ ਦੀ ਇੱਕ ਰੁੱਤ ਹੁੰਦੀ ਹੈ। ਸੰਗਰਾਂਦ ਵਾਲੇ ਦਿਨ ਥੋੜ੍ਹਾ ਜਿਹਾ ਮੌਸਮ ਦਾ ਫਰਕ ਪੈ ਜਾਂਦਾ ਹੈ, ਮੌਸਮ ਵਿੱਚ ਤਬਦੀਲੀ ਆਉਂਦੀ ਹੈ। 2 ਸੰਗਰਾਂਦਾਂ ਤੋਂ ਬਾਅਦ ਵਿੱਚ ਮੌਸਮ ਬਿਲਕੁਲ ਚੇਂਜ ਹੋ ਜਾਂਦਾ, ਰੁੱਤ ਬਦਲ ਜਾਂਦੀ ਹੈ। ਸਾਉਣ ਤੇ ਭਾਦੋਂ ਇਹ ਬਰਸਾਤਾਂ ਦੀ ਰੁੱਤ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਾਵਣ ਦੇ ਮਹੀਨੇ ਵਿੱਚ ਜੀਵ ਰੂਪੀ ਇਸਤਰੀ ਪਰਮ ਪਿਤਾ ਪਰਮਾਤਮਾ ਪਤੀ ਨੂੰ ਮਿਲਣ ਵਾਸਤੇ ਤਾਂਘ ਰੱਖਦੀ ਹੈ, ਵਾਹਿਗੁਰੂ ਪਰਮੇਸ਼ਰ ਜੀ ਦੀ ਪ੍ਰਾਪਤੀ ਹੋ ਜਾਵੇ। ਇੰਨੇ ਪਿਆਰ ਨਾਲ ਯਾਦ ਕਰਦੀ, ਇੰਨੇ ਪਿਆਰ ਨਾਲ, ਜਿਵੇਂ ਬਾਹਰੀ ਵਰਖਾ ਪੈਣ ਨਾਲ ਜਿਹੜੀ ਜੇਠ ਹਾੜ ਦੀ ਸਾਧ ਸੰਗੀ ਗਰਮੀ ਲੰਘ ਕੇ ਗਈ ਹੈ, ਉਹਦੇ ਤੋਂ ਥੋੜ੍ਹੀ ਜਿਹੀ ਰਾਹਤ ਮਿਲਦੀ ਹੈ ਨਾ। ਇਸੇ ਤਰ੍ਹਾਂ ਜੀਵ ਰੂਪੀ ਆਤਮਿਕ ਇਸਤਰੀ ਨੂੰ ਵਾਹਿਗੁਰੂ ਪਰਮੇਸ਼ਰ ਜੀ ਨੂੰ ਯਾਦ ਕਰਦਿਆਂ ਕਰਦਿਆਂ ਜਦੋਂ ਨਾਮ ਦੀ ਸਵੰਤੀ ਬੂੰਦ ਇਹਦੇ ਤੇ ਪੈਂਦੀ ਹੈ ਨਾ, ਇਹਨੂੰ ਵੀ ਵਿਕਾਰਾਂ ਦੀ ਤਪਸ਼ ਵਿੱਚੋਂ ਠੰਡ ਮਹਿਸੂਸ ਹੁੰਦੀ ਹੈ। ਵਿਕਾਰ ਇਹਦੇ ਵਿੱਚੋਂ ਠੰਡੇ ਪੈ ਜਾਂਦੇ। ਜਿੰਨਾ ਕੋਈ ਵਾਹਿਗੁਰੂ ਜੀ ਨੂੰ ਯਾਦ ਕਰੇ, ਜਿੰਨਾ ਜਿੰਨਾ ਕਿਸੇ ਦਾ ਨਿਤਨੇਮ ਵੱਧ ਜੇ, ਜਿੰਨਾ ਸਿਮਰਨ ਵੱਧ ਜੇ, ਜਿੰਨਾ ਧਿਆਨ ਸਾਧ ਸੰਗੀ ਇਕਾਗਰ ਹੁੰਦਾ ਜਾਵੇ, ਤਿਵੇਂ ਤਿਵੇਂ ਵਿਕਾਰ ਜਿਹੜੇ ਨੇ ਠੰਡੇ ਪੈਣ ਲੱਗ ਜਾਂਦੇ ਆ, ਸ਼ਾਂਤ ਹੋ ਜਾਂਦੇ ਨੇ। ਸਾਵਣ ਦੇ ਮਹੀਨੇ 'ਚ ਜਿੱਥੇ ਬਾਹਰੀ ਵਰਖਾ ਪੈਂਦੀ ਹੈ, ਮਹਾਰਾਜ ਜੀ ਕਹਿੰਦੇ ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਸਾਰੇ ਜੀਵ ਜੰਤੂ ਸੁਖੀ ਹੋ ਜਾਂਦੇ ਨੇ ਮੀਂਹ ਪੈਣ ਦੇ ਨਾਲ। ਗਰਮੀਆਂ ਦੇ ਮੌਸਮ ਵਿੱਚ ਬਾਰਿਸ਼ ਹੋਵੇ, ਮਨੁੱਖਾਂ ਨੂੰ ਵੀ ਚੰਗੀ ਲੱਗਦੀ ਹੈ, ਪਸ਼ੂ ਪੰਛੀਆਂ ਨੂੰ ਵੀ ਚੰਗੀ ਲੱਗਦੀ ਹੈ, ਬਨਸਪਤੀ ਨੂੰ ਵੀ ਚੰਗੀ ਲੱਗਦੀ ਹੈ। ਪਰ ਇੱਕ ਬਚਨ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਮਹਾਰਾਜ ਜੀ ਕਹਿੰਦੇ ਜਦੋਂ ਸਾਵਣ ਮਹੀਨੇ ਦਾ ਮੀਂਹ ਪੈਂਦਾ ਨਾ, ਮੋਹਲੇ ਧਾਰ ਮੀਂਹ, ਜਿਵੇਂ ਕੱਲ ਪਰਸੋਂ ਪਿਆ, 2-3 ਦਿਨ ਹੋ ਗਏ, ਇਹ ਮੋਹਲੇ ਧਾਰ ਮੀਂਹ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਵੇਂ ਸੰਸਾਰੀ ਲੋਕਾਂ ਦਾ, ਦੁਨੀਆ ਦਾ ਸੁਭਾਅ ਹੀ ਹੈ, ਤੁਸੀਂ ਕੋਈ ਵੀ ਕੰਮ ਕਰ ਲਓ, 4 ਕੁ ਜਾਣੇ ਤੁਹਾਡੇ ਕੰਮ ਤੋਂ ਖੁਸ਼ ਹੋ ਜਾਂਦੇ ਆ, 4 ਕੁ ਨਾਰਾਜ਼ ਵੀ ਹੋ ਜਾਂਦੇ ਆ। ਕੋਈ ਯਤਨ ਕਰੇ ਵੀ ਮੈਂ ਸਾਰੇ ਪਿੰਡ ਨੂੰ ਖੁਸ਼ ਕਰ ਲਾਂ, ਸਾਰਾ ਪਿੰਡ ਥੋੜ੍ਹਾ ਖੁਸ਼ ਹੋ ਜਾਂਦਾ ਕਿਸੇ ਦੇ ਕੰਮ ਤੋਂ। ਸਾਰੇ ਪਰਿਵਾਰ ਦੇ ਮੈਂਬਰ ਨਹੀਂ ਖੁਸ਼ ਹੁੰਦੇ, 4 ਕੀ ਸਹਿਮਤ ਹੁੰਦੇ ਆ, ਮਤਲਬ ਅੱਧੇ ਕੁ ਸਹਿਮਤ ਹੋ ਜਾਂਦੇ, ਅੱਧੇ ਕੁ ਨਾਰਾਜ਼ ਹੋ ਜਾਂਦੇ। ਮਹਾਰਾਜ ਜੀ ਕਹਿੰਦੇ ਸਾਵਣ ਦੇ ਮਹੀਨੇ 'ਚ ਵਰਖਾ ਪੈਂਦੀ ਹੈ, ਮੀਂਹ ਪੈਂਦਾ, ਪਰ 4 ਕੁ ਜਾਣੇ ਬੜੇ ਦੁਖੀ ਹੁੰਦੇ ਆ ਤੇ 4 ਕੁ ਜਾਣੇ ਬੜੇ ਖੁਸ਼ ਹੋ ਜਾਂਦੇ ਆ। ਬਾਣੀ 'ਚ ਬਚਨ ਆਏ ਆ, ਨਾਨਕ ਸਾਵਣ ਜੇ ਵਸੈ ਚੌਹੀਂ ਉਮਾਹਾ ਹੋਏ। ਚੌਹਾਂ ਨੂੰ ਬੜਾ ਚਾਅ ਚੜ੍ਹਦਾ ਜਦੋਂ ਮੀਂਹ ਵਰਦਾ ਸਾਵਣ ਦੇ ਮਹੀਨੇ, 4 ਜਾਣਿਆਂ ਨੂੰ। ਮਹਾਰਾਜ ਜੀ ਕਹਿੰਦੇ ਨਾਗਾਂ, ਮਿਰਗਾਂ, ਮੱਛੀਆਂ, ਰੱਸੀਆਂ ਘਰ ਧਨ ਹੋਏ। ਇਹ 4 ਜਾਣਿਆਂ ਨੂੰ ਮੀਂਹ ਬੜਾ ਚੰਗਾ ਲੱਗਦਾ। ਇੱਕ ਨਾਗਾਂ ਨੂੰ, ਸੱਪਾਂ ਨੂੰ, ਮੱਛੀਆਂ ਨੂੰ, ਮਿਰਗ ਜਿਹੜੇ ਜਾਨਵਰ ਹੈ ਜੰਗਲਾਂ ਵਿੱਚ, ਉਹਨਾਂ ਨੂੰ ਮੀਂਹ ਪੈਂਦਾ ਠੰਡ ਮਹਿਸੂਸ ਹੁੰਦੀ, ਬੜੇ ਖੁਸ਼ ਹੁੰਦੇ ਨੇ। ਮੋਰ ਬੜੇ ਖੁਸ਼ ਹੁੰਦੇ ਨੇ।
ਮੋਰ ਪਹਿਲਾਂ ਨਹੀਂ ਪਾਉਂਦੇ ਕਾਲੇ ਬੱਦਲਾਂ ਨੂੰ ਵੇਖ ਕੇ। ਬਾਣੀ 'ਚ ਬਚਨ ਆਇਆ, ਭੈਣੇ ਸਾਵਣ ਆਇਆ ਮੋਰੀ ਰੁਣ ਚੁਣ ਲਾਇਆ। ਸਾਵਣ ਮਹੀਨੇ ਦੀ ਸਾਧ ਸੰਗੀ ਨਿਸ਼ਾਨੀ ਹੈ, ਮੋਰ ਪਹਿਲਾਂ ਪਾਉਣ ਲੱਗ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਨਾਗ ਸੱਪ ਜੀਵ ਜੰਤੂ ਪਾਣੀ 'ਚ ਰਹਿਣ ਵਾਲੇ ਬੜੇ ਖੁਸ਼ ਹੁੰਦੇ ਆ, ਮੱਛੀਆਂ ਖੁਸ਼ ਹੁੰਦੀਆਂ, ਤੇ ਰੱਸੀਆਂ ਘਰ ਧਨ ਹੋਏ। ਧਨਵਾਨ ਬੰਦਾ ਹੋਵੇ, ਅਮੀਰ ਹੋਵੇ, ਉਹਦੇ ਘਰ 'ਚ ਚਾਰ ਪਦਾਰਥ ਨੇ, ਉਹ ਬੜਾ ਖੁਸ਼ ਹੁੰਦਾ। ਚਾਰ ਪੈਸੇ ਕੋਲ ਹੈ, ਘਰ ਵਿੱਚ ਸਾਰਾ ਪਕਵਾਨ ਹੈ। ਬਾਹਰ ਮੀਂਹ ਪਈ ਜਾਂਦਾ, ਉਹ ਕਹਿੰਦਾ ਕਦੀ ਆਹ ਬਣਾ ਲਓ, ਕਦੀ ਆਹ ਬਣਾ ਲਓ, ਕਦੀ ਖੀਰ ਬਣਾ ਲਈ, ਕਦੀ ਪੂੜੇ ਬਣਾ ਲਏ, ਕਦੀ ਪਕੌੜੇ ਬਣਾ ਲਏ, ਖਾਈ ਜਾਂਦੇ ਅੰਦਰ ਬੈਠੇ। ਰਸੀਆਂ ਘਰ ਧਨ ਹੋਏ। ਰਸ ਲੈਣ ਵਾਲੇ ਲੋਕ, ਰਸ ਤੇ ਸਾਰਿਆਂ ਨੂੰ ਹੀ ਚੰਗਾ ਲੱਗਦਾ, ਖਾਣਾ ਕਿਹਨੂੰ ਨਹੀਂ ਚੰਗਾ ਲੱਗਦਾ ਜੀ। ਪਰ ਮਹਾਰਾਜ ਜੀ ਕਹਿੰਦੇ ਰਸ ਵੀ ਹੋਵੇ, ਸਵਾਦ ਵੀ ਲਾਉਣ ਵਾਲਾ ਮਨੁੱਖ ਹੋਵੇ, ਤੇ ਘਰ ਧਨ ਹੋਏ, ਉਹਦੇ ਘਰ ਧਨ ਵੀ ਹੋਵੇ, ਪਦਾਰਥ ਵੀ ਹੋਣ। ਜੇ ਘਰ ਵਿੱਚ ਸੌਦਾ ਪਿਆ ਹੋ ਤਾਂ ਹੀ ਰਸ ਲੱਗਦੇ ਆ, ਤਾਂ ਹੀ ਸਵਾਦ ਲੱਗਦੇ ਆ। ਇਹ ਚਾਰ ਜਾਣਿਆਂ ਨੂੰ ਬੜਾ ਚਾਅ ਚੜ੍ਹਦਾ, ਬੜੇ ਖੁਸ਼ ਹੁੰਦੇ ਐ। ਤੇ ਅਗਲੀ ਪੰਕਤੀ 'ਚ ਮਹਾਰਾਜ ਜੀ ਕਹਿੰਦੇ ਨਾਨਕ ਸਾਵਣ ਜੇ ਵਸੈ ਚੌਹੀਂ ਵਿਛੋੜਾ ਹੋਏ। ਚਾਰ ਜਾਣਿਆਂ ਨੂੰ ਵਿਛੋੜਾ ਹੁੰਦਾ, ਚਾਰ ਜਾਣਿਆਂ ਨੂੰ ਦੁੱਖ ਹੁੰਦਾ। ਚਾਰ ਜਾਣੇ ਮੀਂਹ ਪੈਣ ਤੋਂ ਦੁਖੀ ਵੀ ਹੋ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਉਹ ਕਿਹੜੇ ਆ ਜਿਹੜੇ ਦੁਖੀ ਹੁੰਦੇ ਨੇ? ਉਹ ਨੇ ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ। ਗਾਂ ਦੇ ਜਾਏ ਹੋਏ, ਗਾਂ ਦੇ ਜਿਹੜੇ ਪੁੱਤ ਹੈ ਨਾ ਬਲਦ, ਹੁਣ ਤਾਂ ਬਹੁਤ ਘੱਟ ਹੈ, ਕਿਸੇ ਕਿਸੇ ਏਰੀਏ ਵਿੱਚ ਬਲਦਾਂ ਨਾਲ, ਪਸ਼ੂਆਂ ਨਾਲ ਲੋਕੀ ਹਲ ਵਾਹੁੰਦੇ ਨੇ। ਪਹਿਲੇ ਸਮਿਆਂ 'ਚ ਪਾਣੀ ਦਾ ਸਾਧਨ ਘੱਟ ਹੁੰਦਾ ਸੀ। ਜਦੋਂ ਮੀਂਹ ਪੈਣਾ ਮੋਹਲੇ ਧਾਰ, ਜ਼ਿਮੀਂਦਾਰਾਂ ਨੇ ਉਦੋਂ ਹੀ ਬਲਦਾਂ ਨੂੰ ਜੋੜਨਾ ਤੇ ਚਲੋ ਵੀ ਚਾਰ ਸਿਆੜ ਕੱਢ ਆਈਏ, ਆਖੋ ਸਤਨਾਮ। ਉਹ ਗਾਈ ਪੁੱਤਾਂ, ਗਾਂ ਦੇ ਜਾਏ ਹੋਏ ਜਿਹੜੇ ਬਲਦ ਹੈ, ਉਹ ਬੜੇ ਮੀਂਹ ਨੂੰ ਵੇਖ ਕੇ ਦੁਖੀ ਹੁੰਦੇ ਸੀ ਵੀ ਮੀਂਹ ਤੇ ਪੈ ਗਿਆ, ਪਰ ਹੁਣ ਸਾਡੀ ਸ਼ਾਮਤ ਆ ਗਈ, ਸਾਨੂੰ ਇਹਨਾਂ ਜੋ ਕੇ ਤੁਰ ਪੈਣਾ ਉਸੇ ਵੇਲੇ। ਗਾਈ ਪੁੱਤਾਂ ਨਿਰਧਨਾ, ਜਿਹਦੇ ਘਰ ਧਨ ਹੈ ਨਹੀਂ, ਜਿਹਦੇ ਘਰ ਪੈਸੇ ਹੈ ਨਹੀਂ, ਜਿਹੜਾ ਦਿਹਾੜੀਦਾਰ ਬੰਦਾ, ਜਿਹਨੇ ਸਵੇਰ ਨੂੰ ਦਿਹਾੜੀ ਤੇ ਜਾਣਾ, ਸ਼ਾਮ ਨੂੰ ਚਾਰ ਪੈਸੇ ਲਿਆਉਣੇ ਆ, ਤਾਂ ਘਰ ਵਿੱਚ ਰੋਟੀ ਪੱਕਦੀ, ਉਹ ਵੀ ਬੜਾ ਦੁਖੀ ਹੁੰਦਾ। ਮੀਂਹ ਪੈ ਚੱਲਿਆ, ਅੱਜ ਕੰਮ ਨਹੀਂ ਮਿਲਣਾ, ਅੱਜ ਰੋਟੀ ਕਿੱਥੋਂ ਖਾਵਾਂਗੇ, ਉਹ ਵੀ ਦੁਖੀ ਹੋ ਜਾਂਦਾ। ਤੀਸਰਾ ਪੰਥੀ, ਜਿਹੜਾ ਰਾਹ ਪੈਂਡੇ ਜਾ ਰਿਹਾ ਨਾ ਬੰਦਾ, ਘਰ ਤੋਂ ਕਿਤੇ ਦੂਰ ਗਿਆ ਹੋਵੇ ਤੇ ਵਾਪਸ ਘਰ ਆ ਰਿਹਾ ਹੋਵੇ, ਭਾਵੇਂ ਅੱਜ ਕੱਲ੍ਹ 100 ਸਾਧਨ ਹੈ, ਪਰ ਕਈ ਵਾਰੀ ਮੀਂਹ ਇੰਨਾ ਤੇਜ਼ ਹੋ ਜਾਂਦਾ, ਗੱਡੀਆਂ ਵੀ ਸਾਈਡ ਤੇ ਲਾ ਕੇ ਖਲੋਣਾ ਪੈਂਦਾ, ਕਈ ਕਈ ਘੰਟੇ ਰਾਹ 'ਚ ਹੀ ਲੰਘ ਜਾਂਦੇ ਨੇ। ਪੰਥੀ, ਜਿਹੜਾ ਪੰਥ ਤੇ ਮਾਰਗ ਤੇ ਰਸਤੇ ਤੇ ਚੱਲਿਆ ਮਨੁੱਖ ਹੈ, ਉਹ ਵੀ ਮੀਂਹ 'ਚ ਦੁਖੀ ਰਹਿੰਦਾ। ਤੇ ਚੌਥਾ ਚਾਕਰ ਹੋਏ, ਜਿਹੜਾ ਕਿਸੇ ਦੇ ਘਰੇ ਨੌਕਰ ਰੱਖਿਆ ਹੋਇਆ ਨਾ ਕੰਮ ਕਰਨ ਨੂੰ, ਉਹ ਵੀ ਮੀਂਹ 'ਚ ਦੁਖੀ ਹੈ, ਕਿਉਂਕਿ ਮਾਲਕ ਅੰਦਰ ਬੈਠਾ, ਉਹਨੂੰ ਸਾਰੇ ਕੰਮ ਕਰਨੇ ਪੈਂਦੇ, ਉਹਦੇ ਵਾਸਤੇ ਥੋੜ੍ਹਾ ਕੋਈ ਪਾਬੰਦੀ ਹੈ। ਉਹਨੂੰ ਥੋੜ੍ਹਾ ਕਹਿੰਦੇ ਵੀ ਮੀਂਹ ਪੈਂਦਾ ਅੱਜ ਪੱਠੇ ਨਹੀਂ ਪਾਉਣੇ, ਮੀਂਹ ਪੈਂਦਾ ਅੱਜ ਖੇਤਾਂ ਨੂੰ ਨਹੀਂ ਜਾਣਾ, ਮੀਂਹ ਪੈਂਦਾ ਤੂੰ ਆਹ ਨਹੀਂ ਕਰਨਾ, ਉਹਨੂੰ ਸਗੋਂ ਜ਼ਿਆਦਾ ਭਜਾਈ ਰੱਖਦੇ ਆ। ਚਾਰ ਕੁ ਜਾਣੇ ਮਹਾਰਾਜ ਕਹਿੰਦੇ ਖੁਸ਼ ਹੋ ਜਾਂਦੇ ਆ, ਚਾਰ ਕੁ ਜਾਣੇ ਨਾਰਾਜ਼ ਹੋ ਜਾਂਦੇ ਆ। ਇਹ ਸਾਧ ਸੰਗੀ ਕੁਦਰਤ ਦਾ ਇੱਕ ਦਸਤੂਰ ਹੈ, ਕਿਸੇ ਕੰਮ ਤੋਂ ਵੀ ਬੰਦਾ ਖੁਸ਼ ਥੋੜ੍ਹਾ ਹੁੰਦਾ, ਰੱਬ ਤੋਂ ਕਿਤੇ ਖੁਸ਼ ਹੈ ਆਪਾਂ ਸਾਰੇ। ਉਹ ਜਿਵੇਂ ਇੱਕ ਗੱਲ ਸੁਣਾਉਂਦੇ ਹੁੰਦੇ ਸਿਆਣੇ, ਇੱਕ ਬਜ਼ੁਰਗ ਦੀਆਂ ਦੋ ਧੀਆਂ ਸੀ। ਪੁਰਾਣੇ ਸਮਿਆਂ ਦੀ ਗੱਲ ਹੈ, ਕਹਿੰਦਾ ਮੈਂ ਧੀਆਂ ਨੂੰ ਨਾ ਮਿਲ ਆਵਾਂ 2 ਕੁ ਦਿਨ ਜਾ ਕੇ, ਘਰੋਂ ਤੁਰ ਪਿਆ। ਪਹਿਲੀ ਕੋਲੇ ਗਿਆ, ਉਹਦਾ ਕੰਮਕਾਰ ਸੀ ਖੇਤੀਬਾੜੀ ਦਾ, ਕੰਮਕਾਰ ਕਰਦੇ ਸੀ। ਪੁਰਾਣੇ ਸਮੇਂ ਇਹਨਾਂ ਦਿਨਾਂ ਦੇ ਵਿੱਚ ਮੀਂਹ ਪਿਆ, ਥੋੜਾ ਬੱਤਰ ਆਇਆ ਤੇ 4 ਦਾਣੇ ਖਿਲਾਰ ਤੇ ਮੀਂਹ ਨਾਲ ਹੀ ਉੱਗ ਜਾਂਦੇ ਸੀ। ਤੇ ਜਦੋਂ ਧੀ ਕੋਲ ਗਿਆ ਤੇ ਜਾ ਕੇ ਹਾਲ ਚਾਲ ਪੁੱਛਿਆ ਤੇ ਕਹਿੰਦਾ ਪੁੱਤ ਕੰਮ ਕਾਰ ਕਿੱਦਾਂ? ਕਹਿੰਦੀ ਬਾਪੂ ਜਵਾਰ ਦੇ ਦਾਣੇ ਖਿਲਾਰੇ ਨੇ, ਜੇ ਤੇ ਪੈ ਗਿਆ ਮੀਂਹ ਅੱਜ ਭਲਕੇ, ਫੇਰ ਤੇ ਲਹਿਰਾਂ ਬਹਿਰਾਂ, ਫੇਰ ਤੇ ਟਾਂਡੇ ਉੱਗ ਗਏ, ਫੇਰ ਤਾਂ ਬੂਟੇ ਉੱਗ ਗਏ।
ਜੇ ਮੀਂਹ ਨਾ ਪਿਆ ਫਿਰ ਉਹ ਦਾਣੇ ਪੰਛੀਆਂ ਚੁੱਕ ਕੇ ਲੈ ਜਾਣੇ, ਫਿਰ ਬੇੜਾ ਗਰਕ ਹੀ ਆ ਸਾਡਾ। ਕਹਿੰਦਾ ਚੱਲ ਪੁੱਤੇ, ਤੇ ਹੁਣ ਵਾਹਿਗੁਰੂ ਦੇ ਹੱਥ ਹੈ ਨਾ, ਜੇ ਮਾਲਕ ਨੂੰ ਚੰਗਾ ਲੱਗਾ ਤੇ ਮੀਂਹ ਪਾ ਦੇਗਾ। ਇੱਕ ਦੋ ਦਿਨ ਰਿਹਾ, ਦੂਜੀ ਕੁੜੀ ਕੋਲੇ ਚਲਿਆ ਗਿਆ। ਉਹਨਾਂ ਦਾ ਕੰਮ ਸੀ ਕੱਚੇ ਮਿੱਟੀ ਦੇ ਭਾਂਡੇ ਬਣਾਉਣੇ, ਮਿੱਟੀ ਦੇ ਭਾਂਡੇ ਬਣਾਉਂਦੇ ਸੀ ਉਹ। ਬੈਠਾ ਖਲੋਤਾ ਹਾਲ ਚਾਲ ਪੁੱਛਿਆ, ਕਹਿੰਦਾ ਪੁੱਤ ਕੰਮ ਕਰ ਕਿਵੇਂ ਆ? ਕਹਿੰਦੀ ਬਾਪੂ ਭਾਂਡੇ ਬਣਾਏ ਆ, ਬਸ ਆਵੇ 'ਚ ਹੀ ਪਾਉਣੇ ਆ। ਜੇ ਤੇ ਹੁਣ 4 ਦਿਨ ਮੀਂਹ ਨਾ ਪਵੇ ਫੇਰ ਸਾਡੀ ਲਹਿਰ ਬਹਿਰ ਹੈ, ਜੇ ਮੀਂਹ ਪੈ ਗਿਆ ਤੇ ਸਾਰੇ ਮਿੱਟੀ ਦੇ ਭਾਂਡੇ ਖਰਾਬ ਹੋ ਜਾਣੇ। ਆਖੋ ਸਤਨਾਮ। ਬਾਪੂ ਦੂਜੀ ਕੁੜੀ ਨੂੰ ਵੀ ਕਹਿ ਆਇਆ, ਕਹਿੰਦਾ ਚੱਲ ਪੁੱਤੇ, ਤਾਂ ਵਾਹਿਗੁਰੂ ਦੇ ਹੱਥ ਵੱਸ ਹੈ। ਜਦੋਂ ਹਫ਼ਤੇ ਕੁ ਬਾਅਦ ਘਰੇ ਆਇਆ ਨਾ, ਤੇ ਘਰ ਦੇ ਪੁੱਛਦੇ ਕੁੜੀਆਂ ਦਾ ਕੀ ਹਾਲ ਆ? ਕਹਿੰਦਾ ਇੱਕ ਦਾ ਸੁਨਾ ਆਇਆ ਹੀ ਲਓ, ਇੱਕ ਮਰੂਗੀ। ਕਹਿੰਦੇ ਕਿਉਂ? ਕਹਿੰਦੇ ਜਾਂ ਮੀਂਹ ਪੈ ਜਾਣਾ ਜਾਂ ਨਹੀਂ ਪੈਣਾ। ਜੇ ਮੀਂਹ ਪੈ ਗਿਆ ਭਾਂਡਿਆਂ ਵਾਲੀ ਹੈ ਨਹੀਂ, ਜੇ ਨਾ ਪਿਆ ਤੇ ਟਾਂਡਿਆਂ ਵਾਲੀ ਹੈ ਨਹੀਂ। ਹੁਣ ਕੰਮ ਤੇ ਇੱਕੋ ਹੀ ਹੋਣਾ, ਜਾਂ ਮੀਂਹ ਪੈ ਜੂ ਜਾਂ ਨਹੀਂ ਪੈਣਾ। ਕਹਿੰਦਾ ਇੱਕ ਦਾ ਸੁਨਿਆ ਆਇਆ ਹੀ ਲਓ, ਦੋਨੇ ਕਹਿੰਦੀਆਂ। ਇੱਕ ਕਹਿੰਦੀ ਜੇ ਮੀਂਹ ਪੈ ਗਿਆ ਤਾਂ ਬੇੜਾ ਗਰਕ, ਦੂਜੀ ਕਹਿੰਦੀ ਜੇ ਨਾ ਪਿਆ ਤਾਂ ਮਾਰੇ ਗਏ। ਇਸ ਕਰਕੇ ਕੁਦਰਤ ਤੋਂ ਵੀ ਸਾਧ ਸੰਗਤ ਜੀ, ਕੁਦਰਤ ਆਪਣੀ ਪ੍ਰਕਿਰਤੀ ਅਨੁਸਾਰ ਚੱਲਦੀ ਹੈ। ਉਹਦੀ ਇੱਕ ਰੂਟੀਨ ਹੈ, ਉਹਦੇ ਮੁਤਾਬਕ ਉਹ ਚੱਲਦੀ ਹੈ। ਆਪਾਂ ਕੁਦਰਤ ਦਾ ਹਰੇਕ ਮੌਸਮ ਦਾ ਆਨੰਦ ਲੈਣਾ ਚਾਹੀਦਾ। ਇੱਕ ਦਿਨ ਮੈਨੂੰ ਇੱਕ ਸਿੰਘ ਕਹਿੰਦਾ ਜੀ ਗਰਮੀ ਬੜੀ ਹੈ। ਮੈਂ ਕਿਹਾ 2 ਮਹੀਨੇ ਰੁਕ ਜਾਓ, ਤੁਸੀਂ ਕਿਆ ਕਰਨਾ, ਧੁੱਪ ਨਹੀਂ ਚੜ੍ਹਦੀ। ਆਖੋ ਸਤਨਾਮ। ਇਹ ਗਰਮੀ ਦਾ ਮੌਸਮ ਹੈ ਤੇ ਇਹਦੇ 'ਚ ਗਰਮੀ ਦਾ ਹੀ ਆਨੰਦ ਹੈ। ਸਿਆਲ ਹੈ ਤੇ ਉਦੋਂ ਠੰਡ ਦਾ ਆਨੰਦ ਲੈਣਾ ਚਾਹੀਦਾ। ਹਰ ਹਾਲਤ ਵਿੱਚ ਖੁਸ਼ ਰਹਿਣਾ ਚਾਹੀਦਾ, ਵਾਹਿਗੁਰੂ ਜੀ ਦੀ ਰਜ਼ਾ 'ਚ ਰਹਿਣਾ ਚਾਹੀਦਾ, ਨਾਮ ਜਪਣਾ ਚਾਹੀਦਾ, ਬੰਦਗੀ ਕਰਨੀ ਚਾਹੀਦੀ, ਵਾਹਿਗੁਰੂ ਜੀ ਦੇ ਰੰਗਾਂ ਨੂੰ ਮੰਨਣਾ ਚਾਹੀਦਾ। ਜੀਵਨ ਮਿਲਿਆ ਹੈ, ਕਦੀ ਖੁਸ਼ੀ ਹੈ, ਕਦੀ ਗਮੀ ਹੈ, ਕਦੀ ਦੁੱਖ ਹੈ, ਕਦੀ ਸੁੱਖ ਹੈ, ਕਦੀ ਧੁੱਪ ਹੈ, ਕਦੀ ਛਾਂ, ਕਦੀ ਠੰਡ, ਕਦੀ ਸਾਧ ਸੰਗਤ ਜੀ ਗਰਮੀ, ਕੁਛ ਵੀ ਹੈ। ਤੋ ਰੱਬ ਦੇ ਪਿਆਰੇ ਗੁਰਮੁਖ, ਜਿੱਥੇ ਸਾਧ ਸੰਗਤ ਜੀ ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਹੈ ਨਾ, ਉੱਥੇ ਅੱਜ ਮਹਾਨ ਸਿੱਖ ਪੰਥ ਦੇ ਸ਼ਹੀਦ ਧੰਨ ਧੰਨ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਪਵਿੱਤਰ ਸ਼ਹੀਦੀ ਦਿਹਾੜਾ ਵੀ ਹੈ। ਬੋਲੋ ਸਤਨਾਮ। ਇਹਨਾਂ ਸ਼ਹੀਦਾਂ ਦੀਆਂ ਦਾਸਤਾਨਾਂ ਪੜ੍ਹਨੀਆਂ ਤੇ ਸੁਣਨੀਆਂ ਅੱਜ ਸਾਡੇ ਵਾਸਤੇ ਬੜੀਆਂ ਜ਼ਰੂਰੀ ਨੇ। ਅਸੀਂ ਪੜ੍ਹਦੇ ਨਹੀਂ। ਬੜੀਆਂ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਗਏ। ਸਿੱਖ ਰੋਜ਼ ਅਰਦਾਸ ਵਿੱਚ ਮੰਗਦਾ, ਮਾਲਕ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਸਭ ਤੋਂ ਪਹਿਲੋਂ ਮੰਗਿਆ ਸਿੱਖੀ ਦਾਨ, ਫਿਰ ਕੇਸ ਮੰਗ ਲਏ ਕੇਸ। ਤੇ ਸਿੱਖ ਅਰਦਾਸ ਵਿੱਚ ਰੋਜ਼ ਕਹਿੰਦੇ ਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜੇ। ਜਿਨ੍ਹਾਂ ਦੀ ਨਿਭ ਗਈ ਉਹ ਭਾਈ ਤਾਰੂ ਸਿੰਘ ਸੀ। ਬੋਲੋ ਸਤਨਾਮ। ਭਾਈ ਤਾਰੂ ਸਿੰਘ ਜੀ ਹੁਣਾਂ ਦਾ ਕਸੂਰ ਕੀ ਸੀ? ਜਦੋਂ ਸਾਧ ਸੰਗਤ ਜੀ ਇਸਲਾਮ ਦਾ ਬੋਲਬਾਲਾ ਸੀ ਤੇ ਦੁਨੀਆ ਤੇ ਧਰਮ ਦੇ ਨਾਂ ਤੇ ਬੜਾ ਅਤਿਆਚਾਰ ਹੋ ਰਿਹਾ, ਪਾਪ ਹੋ ਰਹੇ ਹੈ, ਸਿੱਖਾਂ ਨੂੰ ਨਿਸ਼ਾਨੇ ਬਣਾਇਆ ਜਾ ਰਿਹਾ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਨੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਆ। ਉਹਨਾਂ ਦੇ ਸਿਪਾਹੀ ਸਵੇਰ ਨੂੰ ਨਿਕਲਦੇ ਆ, ਪਿੰਡਾਂ 'ਚ ਗਸ਼ਤ ਕਰਦੇ ਆ। ਜਿੱਥੇ ਕੋਈ ਸਿੱਖ ਵੇਖਿਆ ਉਹਦਾ ਸਿਰ ਵੱਢਿਆ, ਨੇਜੇ ਤੇ ਟੰਗਿਆ, ਜਾ ਕੇ ਤੇ ਸਾਧ ਸੰਗਤ ਜੀ ਜ਼ਕਰੀਆ ਖਾਂ ਦੇ ਕੋਲੋਂ ਇਨਾਮ ਲੈ ਲੈਂਦੇ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ। ਬਚਨ ਸੁਣਿਓ ਧਿਆਨ ਨਾਲ। ਉਹਨਾਂ ਦਿਨਾਂ ਦੇ ਵਿੱਚ ਸਿੱਖ ਜਿਹੜੇ ਸੀ ਫਿਰ ਜੰਗਲਾਂ ਵਿੱਚ ਜਾ ਕੇ ਰਹਿਣ ਲੱਗੇ। ਲੁਕ ਛੁਪ ਕੇ ਰਹੀਏ, ਉੱਥੇ ਰਹਿ ਕੇ ਗੁਰਮਤੇ ਬਣਾਈਏ, ਫਿਰ ਇਹਨਾਂ ਦੇ ਨਾਲ ਆਪਾਂ ਲੜੀਏ ਵੀ ਕਿਵੇਂ ਆਪਾਂ ਨਜਿੱਠਣਾ ਇਹਨਾਂ ਦੇ ਨਾਲ। ਜਦੋਂ ਸਿੱਖ ਜੰਗਲਾਂ ਵਿੱਚ ਰਹਿਣ ਲੱਗੇ ਨਾ, ਤੇ ਉਹਨਾਂ ਜਰਵਾੜਿਆਂ ਨੇ ਆਉਣਾ, ਉਹਨਾਂ ਸਿੱਖ ਬੀਬੀਆਂ ਦੇ ਸਿਰ ਵੱਢ ਕੇ ਲੈ ਜਾਣੇ। ਬੀਬੀਆਂ ਦੇ ਵੀ
ਬੀਬੀਆਂ ਦਾ ਸਿਰ ਵੱਢ ਕੇ ਲੈ ਜਾਣਾ ਤੇ ਜਾ ਕੇ ਇਨਾਮ ਲੈਣਾ, ਕਹਿਣਾ ਇਹ ਅੰਦਾੜੀਆ ਮੁੰਡਾ ਸੀ ਉਹਨਾਂ ਦਾ, ਹੈਗਾ ਸਿੱਖ ਹੀ ਹੈ, ਇਹਦੇ ਦਾੜੀ ਨਹੀਂ ਆਈ ਅਜੇ, ਇਦਾਂ ਵੀ ਨਾਮ ਲੈ ਲੈਣਾ। ਬੀਬੀਆਂ ਨੇ, ਭੈਣਾਂ ਨੇ ਫਿਰ ਸੁਨੇਹੇ ਭੇਜੇ ਜੰਗਲਾਂ ਵਿੱਚ ਰਹਿੰਦੇ ਸਿੰਘਾਂ ਨੂੰ, ਇਹ ਤਾਂ ਸਾਡੇ ਸਿਰ ਵੱਢਣ ਲੱਗੇ, ਹੁਣ ਅਸੀਂ ਕਿੱਥੇ ਲੁਕੀਏ। ਪੁਰਾਣੇ ਸਿੱਖ ਬੜੇ ਸਿਆਣੇ ਹੁੰਦੇ ਸੀ, ਬੜੇ ਸੂਝਵਾਨ ਹੁੰਦੇ ਸੀ, ਉਹ ਬੜੇ ਦੂਰ ਅੰਦੇਸੀ ਹੁੰਦੇ ਸੀ। ਉਹਨਾਂ ਨੇ ਗੁਰਮਤਾ ਕਰਕੇ ਫਿਰ ਘਰਾਂ ਵਿੱਚ ਸੁਨੇਹੇ ਲਾਏ ਵੀ ਤੁਸੀਂ ਬੀਬੀਆਂ ਨਾ ਆਪਣੇ ਕੰਨ ਵਿੰਨ ਲਓ, ਵਿੱਚ ਕੋਈ ਨਿਸ਼ਾਨੀ ਪਾ ਲਓ ਜਾਂ ਨੱਕ ਵਿੰਨ ਲਓ, ਅਸੀਂ ਉਧਰ ਚਿੱਠੀ ਲਿਖ ਦਿੰਨੇ ਆ ਵੀ ਜੇ ਬੀਬੀ ਦਾ ਕੰਨ ਜਾਂ ਨੱਕ ਵਿੰਨਿਆ ਹੋਇਆ ਉਹ ਬੀਬੀ ਆ, ਉਹ ਬੰਦਾ ਨਹੀਂ ਹੈ। ਇਹ ਸਾਡੀਆਂ ਬੀਬੀਆਂ ਦੇ ਸਿਰ ਵੱਢ ਕੇ ਲਿਆ ਰਹੇ ਨੇ, ਬੋਲੋ ਸਤਨਾਮ। ਹੁਣ ਤਾਂ ਆਪਾਂ ਰਿਵਾਜ ਬਣਾ ਲਿਆ, ਗੁਰਮਤ ਵਿੱਚ ਇਹਦੀ ਪਾਬੰਦੀ ਹੈ, ਪਰ ਉਸ ਵੇਲੇ ਨੀਤੀ ਵਰਤੀ। ਤੇ ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਦੇ ਆ, ਭਿੱਖੀਵਿੰਡ ਦੇ ਕੋਲੇ ਪੂਲਾ ਪਿੰਡ ਹੈ, ਉੱਥੇ ਭਾਈ ਤਾਰੂ ਸਿੰਘ ਜੀ ਦਾ 1720 ਈਸਵੀ ਦੇ ਵਿੱਚ ਜਨਮ ਹੁੰਦਾ। ਦੋਨੇ ਭੈਣ ਤੇ ਭਰਾ ਨੇ, ਭਾਈ ਤਾਰੂ ਸਿੰਘ ਜੀ ਹੈ ਤੇ ਉਹਨਾਂ ਦੀ ਭੈਣ ਦਾ ਨਾਂ ਤਾਰੀ ਹੈ। ਪਿਤਾ ਜੀ ਜਦੋਂ ਬਚਪਨ ਵਿੱਚ ਸੀ ਭਾਈ ਤਾਰੂ ਸਿੰਘ, ਉਦੋਂ ਚੜ੍ਹਾਈ ਕਰ ਗਏ, ਮਾਤਾ ਨੇ ਦੋਨਾਂ ਬੱਚਿਆਂ ਨੂੰ ਪਾਲਿਆ, ਗੁਰਮਤ ਦੀ ਗੁੜਤੀ ਦਿੱਤੀ। ਤੇ ਭਾਈ ਤਾਰੂ ਸਿੰਘ ਜੀ ਕੀ ਕਰਦੇ ਆ, ਰੋਜ਼ ਮਾਂ ਉਹਨਾਂ ਦੀ ਮਾਤਾ ਤੇ ਭੈਣ ਦੋਨੇ ਪ੍ਰਸ਼ਾਦੇ ਪਕਾ ਦਿੰਦੀਆਂ, ਟੋਕਰਾ ਚੁੱਕ ਕੇ ਨਾਲ ਦਾਲ ਲੈ ਕੇ ਜੰਗਲਾਂ ਵਿੱਚ ਜਾ ਕੇ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਆਉਂਦੇ ਸੀ। ਇਹ ਸੇਵਾ ਕਰਦੇ ਸੀ, ਕਿਉਂਕਿ ਸਾਧ ਸੰਗੀ ਇਹ ਖਾਲਸੇ ਦੇ ਹਿੱਸੇ ਵਿੱਚ ਆਇਆ ਹੋਇਆ। ਦੇਗ ਤੇਗ ਜਗ ਮੈਂ ਦਊ ਚੱਲੈ, ਰਾਖ ਆਪ ਮੋਹਿ ਔਰ ਨਾ ਦਲੈ। ਖਾਲਸਾ ਦੇਗ ਵੀ ਚਲਾਉਂਦਾ, ਲੋੜ ਪੈਣ ਤੇ ਤੇਗ ਵੀ ਚਲਾਉਂਦਾ। ਦੇਗ ਇਹਦੀ ਜ਼ਿਆਦਾ ਮਸ਼ਹੂਰ ਹੈ, ਪਰ ਜਦ ਤੇਗ ਚਲਾਉਣ ਲੱਗ ਜੇ ਨਾ, ਫਿਰ ਪਤਾ ਨਹੀਂ 80 ਸਾਲ ਦਾ ਬਾਪੂ ਹੀ ਖੰਡਾ ਲੈ ਕੇ ਤੁਰ ਪਏ। ਧੰਨ ਬਾਬਾ ਦੀਪ ਸਿੰਘ ਜੀ, ਆਖੋ ਸਤਨਾਮ। ਇਹ ਸਾਧ ਸੰਗੀ ਖਾਲਸੇ ਦੇ ਹਿੱਸੇ ਵਿੱਚ ਆਇਆ, ਸਾਡੇ ਤੁਹਾਡੇ ਸੰਗਤਾਂ ਦੇ ਹਿੱਸੇ ਵਿੱਚ ਆਇਆ। ਜਿੱਥੇ ਵੀ ਕਿਤੇ ਲੋੜ ਪਵੇ ਨਾ, ਦੇਗ ਚਲਾਵੇ ਤੇ ਗਾਵੇ ਤੇਰਾ ਪਿਆਰਾ ਖਾਲਸਾ, ਦੇਗ ਚਲਾਵੇ ਤੇ ਗਾਵੇ ਤੇਰਾ ਪਿਆਰਾ ਖਾਲਸਾ, ਦੇਗ ਚਲਾਵੇ ਤੇ ਦੇਗ ਚਲਾਵੇ ਤੇ ਗਾਵੇ। ਦੇਗ ਚਲਾਵੇ ਤੇ ਗਾਵੇ ਪਿਆਰਾ ਖਾਲਸਾ, ਦੇਗ ਚਲਾਵੇ ਤੇ ਦੇਗ ਚਲਾਵੇ ਤੇ ਜਦੋਂ ਦੇਗ ਚਲਾਉਂਦਾ ਨਾ, ਦੇਗ ਜਦੋਂ ਖਾਲਸਾ ਲੰਗਰ ਲਾਉਂਦਾ, ਫੇਰ ਵੀ ਐਡਾ ਚੜ੍ਹਦੀ ਕਲਾ ਨਾਲ ਲਾ ਦਿੰਦਾ, ਦੁਸ਼ਮਣਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਵੀ ਛਕਾਈ ਜਾਊ। ਆਖੋ ਸਤਨਾਮ। ਜਦੋਂ ਫਿਰ ਤੇਗ ਵਾਹੁੰਦਾ ਨਾ, ਉਦੋਂ ਵੀ ਖਾਲਸੇ ਵਰਗੀ ਨਾ ਦੁਨੀਆ ਤੇ ਕਿਸੇ ਨੇ ਤੇਗ ਵਾਹੀ ਤੇ ਨਾ ਦੇਗ ਹੀ ਚਲਾਈ। ਆਖੋ ਸਤਨਾਮ। ਜਿਹੜੇ ਜੰਗਲਾਂ 'ਚ ਲੁਕੇ ਆ, ਉਹ ਤੇਗਾਂ ਵਾਹੁਣ ਦੀਆਂ ਤਿਆਰੀਆਂ ਕਰ ਰਹੇ ਆ। ਜਿਹੜੇ ਘਰਾਂ 'ਚ ਰਹਿੰਦੇ, ਛੋਟੀ ਉਮਰ ਸੀ ਭਾਈ ਤਾਰੂ ਸਿੰਘ ਦੀ, 15 ਕੁ ਸਾਲ ਦੀ ਉਮਰ ਹੈ,
ਭਾਈ ਤਾਰੂ ਸਿੰਘ ਹੁਣੀ ਦੇਗ ਚਲਾਉਣ ਦੀ ਸੇਵਾ ਕਰੀ ਜਾਂਦੇ, ਦੇਗ ਲੰਗਰ ਤਿਆਰ ਕਰਕੇ ਲਿਜਾਂਦੇ ਆ। ਇੱਕ ਦਿਨ ਭਾਈ ਤਾਰੂ ਸਿੰਘ ਜੀ ਆਪਣੇ ਘਰ ਵਿੱਚ ਬੈਠੇ, ਪੂਲੇ ਪਿੰਡ ਦੇ ਵਿੱਚ ਮਾਤਾ ਉਹਨਾਂ ਦੀ ਪ੍ਰਸ਼ਾਦਾ ਤਿਆਰ ਕਰੀ ਜਾਵੇ, ਸਿੰਘਾਂ ਵਾਸਤੇ ਪ੍ਰਸ਼ਾਦਾ ਲੈ ਕੇ ਜਾਣਾ ਜੰਗਲ ਵਿੱਚ। ਤੇ ਸਾਧ ਸੰਗੀ ਪੱਟੀ ਦੇ ਰਹਿਣ ਵਾਲਾ ਨਾ ਇੱਕ ਗਰੀਬ ਮੁਸਲਮਾਨ ਰਹੀਮ ਬਖਸ਼ ਰੋਂਦਾ ਹੋਇਆ ਭਾਈ ਤਾਰੂ ਸਿੰਘ ਦੇ ਘਰ ਆ ਗਿਆ। ਮੁਸਲਮਾਨ ਹੈ ਨਾਲੇ, ਰੋਂਦਾ ਹੋਇਆ। ਭਾਈ ਤਾਰੂ ਸਿੰਘ ਇੱਕਦਮ ਉੱਠ ਕੇ ਖੜਾ ਹੋ ਗਿਆ, ਕਹਿੰਦਾ ਬਾਪੂ ਰੋਂਦਾ ਕਿਉਂ ਹੈ? ਤੇ ਭਾਈ ਤਾਰੂ ਸਿੰਘ ਨੂੰ ਉਹ ਬਾਪੂ ਕਹਿਣ ਲੱਗਿਆ, ਰਹੀਮ ਬਖਸ਼, ਕਹਿੰਦਾ ਜਿਹੜਾ ਪੱਟੀ ਦਾ ਚੌਧਰੀ ਹੈ ਨਾ ਉਸਲਾਮ ਖਾਨ, ਉਹ ਮੇਰੇ ਘਰੋਂ ਮੇਰੀ ਨੌਜਵਾਨ ਧੀ ਨੂੰ ਚੁੱਕ ਕੇ ਲੈ ਗਿਆ, ਉਹਨੂੰ ਬੇਪਤ ਕਰਤਾ ਉਹਨੇ, ਮੈਨੂੰ ਇਨਸਾਫ ਨਹੀਂ ਮਿਲਦਾ ਕਿਤੇੋਂ। ਜਦੋਂ ਇੰਨੀ ਗੱਲ ਭਾਈ ਤਾਰੂ ਸਿੰਘ ਦੇ ਕੰਨਾਂ 'ਚ ਪਈ, ਸਾਧ ਸੰਗੀ ਭਾਈ ਤਾਰੂ ਸਿੰਘ ਇੱਕਦਮ ਉੱਠ ਕੇ ਖੜਾ ਹੋ ਗਿਆ, ਅੱਖਾਂ ਵਿੱਚ ਲਾਲ ਖੂਨ ਉਤਰ ਆਇਆ। ਫਟਾਫਟ ਤਿਆਰੀ ਕੀਤੀ, ਲੰਗਰ ਤਿਆਰ ਕੀਤਾ, ਟੋਕਰਾ ਚੁੱਕਿਆ, ਆਖਿਆ ਬਾਪੂ ਤੂੰ ਪ੍ਰਸ਼ਾਦਾ ਛਕ ਕੇ ਜਾਵੀਂ, ਤੇਰੀ ਧੀ ਨਹੀਂ ਹੈ, ਇਹ ਖਾਲਸੇ ਦੀ ਧੀ ਹੋ ਗਈ, ਤੂੰ ਖਾਲਸੇ ਦੀ ਸ਼ਰਨ ਵਿੱਚ ਆ ਗਿਆ, ਬੋਲੋ ਸਤਨਾਮ। ਜੰਗਲ ਵਿੱਚ ਚਲਿਆ ਗਿਆ, ਨਾਲੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਤੇ ਨਾਲੇ ਸਾਰੀ ਗੱਲ ਦੱਸੀ, ਕਿਉਂਕਿ ਸਾਧ ਸੰਗੀ ਜਿਹੜਾ ਖਾਲਸਾ ਨਾ ਗੁਰੂ ਗੋਬਿੰਦ ਸਿੰਘ ਜੀ ਦਾ, ਇਹ ਇਕੱਲਾ ਇੱਕ ਧਰਮ ਦੀ ਰੱਖਿਆ ਨਹੀਂ ਕਰਦਾ, ਇੱਕ ਮਜ਼ਹਬ ਦੀ ਰੱਖਿਆ ਨਹੀਂ ਕਰਦਾ, ਇੱਕ ਫਿਰਕੇ ਦੀ ਰੱਖਿਆ ਨਹੀਂ ਕਰਦਾ। ਕਲਗੀਆਂ ਵਾਲੇ ਦਾ ਖਾਲਸਾ, ਗਊ ਗਰੀਬ ਦਾ ਰਾਖਾ ਖਾਲਸਾ ਤੇਰਾ, ਖਾਲਸਾ ਤੇਰਾ, ਗਊ ਗਰੀਬ ਦਾ ਰਾਖਾ ਖਾਲਸਾ ਤੇਰਾ, ਖਾਲਸਾ ਤੇਰਾ। ਦਾਤਾ ਗਊ ਰੱਖਿਆ, ਜਿਹਦਾ ਕੋਈ ਸਾਧ ਸੰਗੀ ਆਸਰਾ ਨਹੀਂ, ਉਹਦਾ ਆਸਰਾ ਖਾਲਸਾ ਬਣ ਜਾਂਦਾ। ਗਊ ਦੀ ਰੱਖਿਆ, ਗਰੀਬ ਦੀ ਰੱਖਿਆ। ਤੇ ਸਾਧ ਸੰਗੀ ਜਦੋਂ ਇਹ ਗੱਲ ਸੁਣਾਈ, ਸਾਰੇ ਸਿੰਘ ਤਿਆਰ ਹੋ ਗਏ, ਕਹਿੰਦੇ ਪ੍ਰਸ਼ਾਦਾ ਹੁਣ ਬਾਅਦ ਚ ਹੀ ਛਕਾਂਗੇ, ਆਖੋ ਸਤਨਾਮ। ਮੁਸਲਮਾਨ ਗਰੀਬ ਰਹੀਮ ਬਖਸ਼ ਉਹਦੀ ਧੀ ਨੂੰ ਸਾਧ ਸੰਗੀ ਪੱਟੀ ਦੇ ਚੌਧਰੀ ਦੇ ਕੋਲੋਂ ਲੈ ਕੇ ਆਏ ਤੇ ਉਹਦਾ ਸੋਧਾ ਲਾਤਾ ਸਿੰਘਾਂ ਨੇ, ਉਹਨੂੰ ਮਾਰ ਦਿੱਤਾ, ਨਰਕਾਂ ਨੂੰ ਘਲਾਤਾ, ਪਾਪੀ ਨੂੰ ਸਿਰ ਵੱਢਤਾ ਉਹਦਾ। ਜਦੋਂ ਬੱਚੀ ਲਿਆ ਕੇ ਉਹ ਗਰੀਬ ਦੇ ਘਰੇ ਛੱਡ ਕੇ ਆਏ ਨਾ, ਇੱਧਰ ਸਾਧ ਸੰਗੀ ਰੌਲਾ ਪੈ ਗਿਆ, ਲਾਹੌਰ ਤੱਕ ਆਵਾਜ਼ਾਂ ਪਹੁੰਚ ਗਈਆਂ, ਸੁਨੇਹਾ ਗਾਹਾਂ ਤੋਂ ਗਾਹਾਂ, ਪੱਟੀ ਦਾ ਚੌਧਰੀ ਮਾਰਤਾ। ਕਹਿੰਦੇ ਕਿੰਨੇ ਮਾਰਿਆ? ਕਹਿੰਦੇ ਖਾਲਸੇ। ਕਹਿੰਦੇ ਖਾਲਸਾ ਤੇ ਹੈ ਹੀ ਨਹੀਂ ਪੰਜਾਬ ਵਿੱਚ, ਆਖੋ ਸਤਨਾਮ। ਖਾਲਸਾ ਦੇ ਕਿਸੇ ਸਿੰਘ ਤੇ ਅਸੀਂ ਸਾਰਿਆਂ ਦੇ ਸਿਰ ਨਹੀਂ ਵੱਢ ਲਿਆਂਦੇ, ਸਿੰਘ ਤੇ ਰਿਹਾ ਹੀ ਕੋਈ ਨਹੀਂ। ਸਿੰਘਾਂ ਦੇ ਤੇ ਸਿਰਾਂ ਦੇ ਮੁੱਲ ਪੈ ਗਏ। ਉਹ ਕਹਿੰਦੇ ਪਤਾ ਨਹੀਂ ਰਹੇ ਕਿ ਨਹੀਂ ਰਹੇ, ਪਰ ਪੱਟੀ ਦੇ ਚੌਧਰੀ ਨੂੰ ਸਿੰਘਾਂ ਨੇ ਮਾਰਿਆ। ਕਹਿੰਦੇ ਪਤਾ ਕਰੋ ਕੌਣ ਮਾਰਨ ਵਾਲਾ ਤੇ ਕੌਣ ਮਰਵਾਉਣ ਵਾਲਾ। ਬੜੀਆਂ ਸੀਆਈਡੀਆਂ ਹੋਈਆਂ, ਬੜੇ ਕੁਛ ਹੋਇਆ, ਤੇ ਸਾਧ ਸੰਗੀ ਅਖੀਰ ਹਰਭਜਨ ਜੰਡਿਆਲੀਆ, ਜੰਡਿਆਲੇ ਦੇ ਰਹਿਣ ਵਾਲਾ, ਸਰਕਾਰ ਦੇ ਨਾਲ ਰਲਿਆ ਹੋਇਆ, ਉਹਨੇ ਸਰਕਾਰ ਜ਼ਕਰੀਏ ਖਾਨ ਤੱਕ ਪਹੁੰਚ ਕਰਕੇ ਪਤਾ ਕਰਕੇ ਦੱਸਿਆ, ਪੂਲੇ ਪਿੰਡ ਦਾ ਨੌਜਵਾਨ ਹੈ ਤਾਰੂ ਸਿੰਘ,
ਉਹਨੇ ਕਹਿੰਦਾ ਜੰਗਲਾਂ ਵਿੱਚ ਜਾ ਕੇ ਨਾਲੇ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਂਦਾ, ਨਾਲੇ ਸਿੰਘਾਂ ਨੂੰ ਨਾਲ ਲੈ ਕੇ ਪੱਟੀ ਦੇ ਚੌਧਰੀ ਨੂੰ ਉਹਨੇ ਮਾਰਿਆ। ਖੈਰ ਛਾਪੇਮਾਰੀ ਹੋਈ, ਫੌਜ ਚੜ੍ਹ ਕੇ ਆਈ, ਪੂਲੇ ਨਗਰ ਵਿੱਚ ਬੈਠੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ। ਜ਼ਕਰੀਏ ਖਾਨ ਦੇ ਦਰਬਾਰ ਵਿੱਚ ਲਾਹੌਰ ਜਾ ਕੇ ਪੇਸ਼ ਕਰਤਾ ਭਾਈ ਤਾਰੂ ਸਿੰਘ ਜੀ ਨੂੰ। ਭਾਈ ਤਾਰੂ ਸਿੰਘ ਨੂੰ ਸਾਰੀ ਗੱਲਬਾਤ ਪੁੱਛੀ ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਸਿੱਖ ਅਸੀਂ ਤਾਂ ਏ ਜੇ ਸਾਡੀ ਸਿੱਖੀ ਹੈ, ਸਿੱਖੀ ਸਾਡੇ ਅਸੂਲਾਂ ਤੇ ਖੜੀ ਹੈ। ਅਸੂਲ ਹੈ ਸਾਡਾ, ਅਸੀਂ ਕਿਸੇ ਧੀ ਭੈਣ ਦੀ ਬੇਪਤ ਨਾ ਕਰਦੇ ਆ, ਨਾ ਕਿਸੇ ਨੂੰ ਬੇਪਤ ਕਰਨ ਦਈਏ। ਬੋਲੋ ਸਤਨਾਮ। ਜਿੰਨਾ ਚਿਰ ਸਾਡੇ 'ਚ ਜਾਨ ਹੈ ਨਾ, ਸਾਡਾ ਧਰਮ ਹੈ ਸਾਡਾ। ਅਸੀਂ ਗਊ ਗਰੀਬ ਦੀ ਰੱਖਿਆ ਕਰਦੇ ਆ, ਕਿਸੇ ਦੀ ਧੀ ਹੋਵੇ ਅਸੀਂ ਆਪਣੀ ਸਮਝਦੇ ਆ। ਇਹ ਸਾਧ ਸੰਗਤ ਸਾਡਾ ਸਿੱਖਾਂ ਦਾ ਕਿਰਦਾਰ ਸੀ, ਜਿਹਦਾ ਕਰਕੇ ਸਿੱਖਾਂ ਦੇ ਇੰਨੇ ਸਿਰ ਉੱਚੇ ਹੋਏ ਐ, ਤਾਂ ਇੰਨੇ ਵੱਡੇ ਨਿਸ਼ਾਨ ਚਲਾਏ ਨੇ ਖਾਲਸੇ ਨੇ, ਤਾਂ ਸਤਿਕਾਰ ਹੈ। ਇਹ ਸਾਧ ਸੰਗਤ ਜਿਹੜਾ ਜੀਵਨ ਹੈ ਨਾ, ਜਿਹੜਾ ਸਾਡਾ ਆਚਰਣ ਹੈ, ਇਹ ਬਹੁਤ ਵੱਡੀ ਗੱਲ ਹੈ। ਆਪਣੇ ਆਪ ਵਿੱਚ ਹੀ ਇਹ ਬਹੁਤ ਵੱਡੀ ਤਾਕਤ ਹੈ। ਜਿਹੜੇ ਬੰਦੇ ਦਾ ਆਚਰਣ ਉੱਚਾ ਹੁੰਦਾ ਨਾ, ਜੀਵਨ ਉੱਚਾ ਹੁੰਦਾ, ਉਹ ਜਿੱਥੇ ਮਰਜੀ ਖੜਾ ਰਵੇ, ਜਿੱਥੇ ਮਰਜੀ ਬਹਿ ਜੇ, ਜਿਹਨੂੰ ਮਰਜੀ ਮਿਲ ਲੈ, ਕਹਿੰਦੇ ਨਾ ਨਾ ਇਹਦਾ ਤਾਂ ਜੀਵਨ ਹੀ ਬਹੁਤ ਉੱਚਾ, ਸ਼ੱਕ ਹੀ ਨਹੀਂ ਕਰਦਾ ਕੋਈ। ਬੋਲੋ ਸਤਨਾਮ। ਫਿਰ ਜਿਹੜੇ ਬਾਣੀ ਪੜ੍ਹਨ ਵਾਲੇ ਨਿਤਨੇਮੀ ਗੁਰਸਿੱਖ ਹੈ, ਉਹ ਜੇ ਕੋਈ ਉਹਨਾਂ ਤੇ ਭਰੋਸਾ ਕਰੇ, ਵਿਸ਼ਵਾਸ ਕਰੇ, ਉਹ ਕਿਸੇ ਦਾ ਵਿਸ਼ਵਾਸਘਾਤ ਵੀ ਨਹੀਂ ਹੋਣ ਦਿੰਦੇ। ਬੋਲੋ ਸਤਨਾਮ। ਸਾਨੂੰ ਛੋਟੇ ਹੁੰਦਿਆਂ ਮਹਾਂਪੁਰਖ ਕਹਿੰਦੇ ਹੁੰਦੇ ਸੀ, ਕਹਿਣਾ ਪੁੱਤ ਜਿਵੇਂ ਸੰਗਤ ਵਿੱਚ ਸਾਰਿਆਂ ਦੇ ਸਾਹਮਣੇ ਕੱਲੀ ਇਸਤਰੀ ਨੂੰ ਮਿਲਣਾ, ਪਰਦੇ ਪਿੱਛੇ ਵੀ ਉਦਾਂ ਹੀ ਮਿਲਣਾ। ਬੋਲੋ ਸਤਨਾਮ। ਜੇ ਕੱਲੀ ਹੋਵੇ ਤਾਂ ਵੀ ਉਹੀ ਭਾਵਨਾ ਰੱਖਣੀ ਹੈ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਸੰਗਤ ਜੀ ਇਹ ਗੁਰਸਿੱਖ ਦਾ ਜੀਵਨ ਹੈ। ਅੰਮ੍ਰਿਤ ਧਾਰੀ ਹੋਣਾ, ਕੱਲੇ ਕਕਾਰ ਨਹੀਂ ਪਾਉਣੇ ਹੁੰਦੇ, ਕੱਲੀ ਵਰਦੀ ਨਹੀਂ ਪਾਉਣੀ। ਅੰਮ੍ਰਿਤ ਧਾਰੀ ਸਾਡਾ ਜੀਵਨ ਅੰਮ੍ਰਿਤਮਈ ਹੋ ਜੇ। ਜਿੱਦਣ ਜੀਵਨ ਅੰਮ੍ਰਿਤਮਈ ਹੋ ਜਾਂਦਾ, ਉਦਣ ਬਰਾਬਰ ਦੀ ਭੈਣ ਦਿਸਦੀ ਹੈ, ਛੋਟੀ ਧੀ ਤੇ ਵੱਡੀ ਮਾਂ ਦਿਸਣ ਲੱਗ ਜਾਂਦੀ। ਸਮਝ ਲੈਣਾ ਮੈਂ ਅੰਮ੍ਰਿਤਧਾਰੀ ਹੋ ਗਿਆ। ਆਖੋ ਸਤਨਾਮ। ਜੇ ਸਾਧ ਸੰਗੀ ਅਜੇ ਮਨ ਮੈਲਾ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਸਤਿਗੁਰੂ ਸਮੱਤ ਬਖਸ਼ਣ ਸਾਨੂੰ ਸਾਰਿਆਂ ਨੂੰ ਜੀਵਨ ਦੇਣ ਇਹ ਜਿਹਾ। ਮਹਾਰਾਜ ਜੀ ਕਹਿੰਦੇ ਮਨ ਮੈਲੇ ਸਭ ਕੁਛ ਮੈਲਾ। ਜੇ ਮਨ ਮੈਲਾ ਨਾ ਤੇ ਮਾਫ ਕਰਨਾ, ਫਿਰ ਕੀਰਤਨ ਵੀ ਮੈਲਾ, ਫਿਰ ਕਥਾ ਵੀ ਮੈਲੀ ਹੈ, ਫਿਰ ਨਿਤਨੇਮ ਵੀ ਮੈਲਾ ਹੀ ਹੈ, ਫਿਰ ਲੰਗਰ ਲਾਇਆ ਵੀ ਮੈਲਾ ਹੀ ਹੈ। ਜੇ ਮਨ ਹੀ ਅੰਦਰੋਂ ਮੈਲਾ, ਫਿਰ ਆ ਸੰਗਤ ਵਿੱਚ ਬੈਠਿਆਂ ਤੇ ਸਾਰਾ ਕੁਝ ਹੀ ਮੈਲਾ। ਮਨ ਮੈਲੇ ਸਭ ਕੁਛ ਮੈਲਾ। ਮਨ ਜਦੋਂ ਸ਼ੁੱਧ ਹੁੰਦਾ, ਫਿਰ ਸਾਰਾ ਕੁਝ ਸ਼ੁੱਧ ਹੋ ਜਾਂਦਾ। ਤੋ ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਜੀ ਨੇ ਬੜੇ ਉੱਚੇ ਸੁੱਚੇ ਜੀਵਨ ਦੇ ਜਜ਼ਬਾਤਾਂ ਵਾਲੇ ਜਦੋਂ ਜਵਾਬ ਦਿੱਤੇ, ਜ਼ਕਰੀਆ ਖਾਨ ਨੂੰ ਕਹਿੰਦਾ ਸਾਡੀ ਸਿੱਖੀ, ਸਾਡੀ ਸਿੱਖੀ, ਅਸੀਂ ਸਿੱਖੀ ਦੇ ਪਰਪੱਕ ਹੈ, ਅਸੀਂ ਧਰਮ ਵਿੱਚ ਪਰਪੱਕ ਹੈ। ਜ਼ਕਰੀਆ ਖਾਨ ਹੰਕਾਰ ਵਿੱਚ ਆਇਆ, ਕਹਿੰਦਾ ਉਹ ਤਾਰੂ ਸਿਆਂ, ਆ ਜਿਹੜੀ ਸਿੱਖੀ ਦੀਆਂ ਗੱਲਾਂ ਕਰਦਾ ਨਾ, ਤੇਰੀ ਸਿੱਖੀ ਮੈਂ ਆਪਣੇ ਪੈਰ ਦੀ ਜੁੱਤੀ ਵਿੱਚ ਰੋਲ ਦੇਣੀ, ਇੱਥੇ ਲਾਹੌਰ ਦੀ ਧਰਤੀ ਤੇ। ਬੋਲੋ ਸਤਨਾਮ। ਜਦੋਂ ਇੰਨੀ ਗੱਲ ਕਹੀ, ਭਾਈ ਤਾਰੂ ਸਿੰਘ ਹੱਸ ਕੇ ਕਹਿੰਦਾ, ਤੂੰ ਜ਼ਕਰੀਆ ਖਾਨ ਕਹਿੰਦਾ ਮੈਂ ਸਿੱਖੀ ਪੈਰ ਦੀ ਜੁੱਤੀ ਥੱਲੇ ਰੋਲ ਦੇਣੀ ਹੈ? ਯਾਦ ਰੱਖੀ, ਤੈਨੂੰ ਆਪਣੇ ਪੈਰ ਦੀ ਜੁੱਤੀ ਦੇ ਅੱਗੇ ਲਾ ਕੇ ਨਰਕਾਂ ਨੂੰ ਲੈ ਕੇ ਜਾਊਂ। ਬੋਲੋ ਸਤਨਾਮ। ਤੂੰ ਆਪਣਾ ਵਾਅਦਾ ਨਿਭਾ ਦੀ, ਮੈਂ ਆਪਣਾ ਨਿਭਾ ਦੇਣਾ। ਭਾਈ ਤਾਰੂ ਸਿੰਘ ਜੀ ਨਿਤਨੇਮ ਬਹੁਤ ਕਰਦੇ ਸੀ, ਸਿਮਰਨ ਬਹੁਤ ਕਰਦੇ ਸੀ। ਜਦੋਂ ਭਾਈ ਤਾਰੂ ਸਿੰਘ ਜੀ ਨੇ ਇਤਿਹਾਸ ਕਹਿੰਦਾ ਹੋਸ਼ ਸੰਭਾਲੀ ਨਾ, 5-7 ਸਾਲ ਦੇ ਹੋਏ, ਉਸ ਤੋਂ ਪਹਿਲਾਂ ਉਹਨਾਂ ਦੇ ਕੇਸਾਂ ਦੀ, ਸਿਰ ਦੇ ਕੇਸਾਂ ਦੀ ਸੰਭਾਲ ਮਾਤਾ ਕਰਦੀ ਸੀ। ਜਦੋਂ ਥੋੜੀ ਜੀ ਹੋਸ਼ ਸੰਭਾਲ ਲਈ, ਮਾਂ ਨੇ ਇਹ ਸਿੱਖਿਆ ਦੇਤੀ, ਪੁੱਤ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹੈ ਤੇਰੇ ਕੇਸ। ਆਪਾਂ ਦਾ ਹੁਣ ਕੈਂਚੀਆਂ ਲਾਉਣ ਲੱਗਿਆਂ ਵੀ ਗਰੇਜ ਨਹੀਂ ਨਾ ਕਰਦੇ। ਭਾਈ ਤਾਰੂ ਸਿੰਘ ਜੀ ਦੀ ਮਾਤਾ ਨੇ ਕਿਹਾ ਸੀ, ਪੁੱਤ ਝੂਠੇ ਹੱਥ ਵੀ ਨਹੀਂ ਲਾਉਣੇ ਕੇਸਾਂ ਨੂੰ।
ਕੇਸ ਜਦੋਂ ਇਸ਼ਨਾਨ ਕਰਨਾ ਇਹ ਹਰੇ ਕਰਨੇ, ਆਪਾਂ ਕਹਿੰਦੇ ਵਾਲ ਸੁਕਾਉਣੇ ਆ, ਗੁਰਮਤ ਵਿੱਚ ਕਿਹਾ ਜਾਂਦਾ ਕੇਸ ਹਰੇ ਕਰਨੇ ਆ। ਪੁੱਤ ਜਿੰਨਾ ਚਿਰ ਕੇਸ ਹਰੇ ਕਰਨੇ ਉਨਾ ਚਿਰ ਵੀ ਉੱਪਰੋਂ ਕੱਪੜੇ ਨਾਲ ਢੱਕ ਕੇ ਰੱਖਣੇ, ਗੁਰੂ ਕੀ ਮੋਹਰ ਹੈ। ਬੋਲੋ ਸਤਨਾਮ। ਅੱਜ ਅਸੀਂ ਨਹਾ ਕੇ ਉਦੋਂ ਹੀ ਮੋਟਰਸਾਈਕਲ ਤੇ ਚੜ੍ਹ ਕੇ ਸਾਰੇ ਪਿੰਡ ਦਾ ਘੱਟਾ ਪਵਾ ਲਿਆਉਂਦੇ, ਕਈ ਸਿਰ ਚੱਕ। ਸਤਨਾਮ। ਗੁਰਮਤ ਮਰਿਆਦਾ ਨੂੰ ਪੜ੍ਹਨਾ ਚਾਹੀਦਾ, ਉਹਨੂੰ ਸਾਧ ਸੰਗੀ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ। ਜੋ ਗਾਵਿਆ, ਜੋ ਸੁਣਿਆ, ਜੋ ਪੜ੍ਹਿਆ ਨਾ, ਉਹਨੂੰ ਜੀਵਨ ਵਿੱਚ ਲਿਆਈਏ। ਇਹ ਕਿਤੇ ਨਾ ਕਿਤੇ ਕਿਣਕਾ ਕੁ ਸਾਡਾ ਜੀਵਨ ਉਹਨਾਂ ਵਰਗਾ ਬਣ ਜੇ, ਜ਼ਿਆਦਾ ਤਾਂ ਨਹੀਂ ਬਣ ਸਕਦਾ। ਕਿਣਕਾ ਕੁ ਤਾਂ ਉਹਨਾਂ ਦੀ ਸਾਡੇ ਅੰਦਰ, ਉਹਨਾਂ ਦਾ ਜੀਵਨ ਝਲਕੇ ਸਾਡੇ ਵਿੱਚੋਂ, ਵੀ ਅਸੀਂ ਉਹਨਾਂ ਦੇ ਵਾਰਿਸ ਹੈ, ਭਾਈ ਤਾਰੂ ਸਿੰਘ ਜੀ ਦੇ। ਤੇ ਜ਼ਕਰੀਆ ਖਾਨ ਕਹਿਣ ਲੱਗਿਆ ਜਿਹੜੀ ਸਿੱਖੀ ਦੀਆਂ ਗੱਲਾਂ ਕਰਦਾ, ਕਾਜੀ ਨੂੰ ਬੁਲਾਇਆ, ਕਹਿੰਦਾ ਮੇਰਾ ਮਨ ਇਹ ਆ ਵੀ ਫਤਵਾ ਇਹ ਲਾ ਦਿਓ ਵੀ ਇਹਦੇ ਕੇਸ ਕੱਟ ਦਿਓ, ਇਹਦੀਆਂ ਪਿੱਛੇ ਮੁਸ਼ਕਾਂ ਬੰਨ੍ਹ ਦਿਓ, ਬਾਹਾਂ ਪਿੱਛੇ ਨੂੰ ਬੰਨ੍ਹ ਕੇ ਤਿੱਖੀ ਕੈਂਚੀ ਦੇ ਨਾਲ ਇਹਦੇ ਸਿਰ ਦੇ ਕੇਸ ਕੱਟ ਦਿਓ। ਬੋਲੋ ਸਤਨਾਮ। ਉਸ ਵੇਲੇ ਭਾਈ ਤਾਰੂ ਸਿੰਘ ਜੀ ਦੀ ਉਮਰ ਭਰ ਜਵਾਨੀ ਵਿੱਚ 25 ਕੁ ਸਾਲ ਦੀ ਉਮਰ ਹੋ ਗਈ ਉਸ ਵੇਲੇ, ਜਦੋਂ ਸ਼ਹੀਦ ਹੁੰਦੇ ਨੇ। ਭਾਈ ਤਾਰੂ ਸਿੰਘ ਜੀ ਦੀਆਂ ਬਾਹਾਂ ਪਿੱਛੇ ਬੰਨੀਆਂ ਹੋਈਆਂ, ਐ ਬੈਠੇ ਆ, ਸੀਸ ਤੋਂ ਦਸਤਾਰ ਉਤਾਰ ਦਿੱਤੀ, ਕੇਸ ਕੱਟਣ ਲਈ ਕੈਂਚੀ ਸਾਹਮਣੇ ਆ ਗਈ। ਭਾਈ ਤਾਰੂ ਸਿੰਘ ਜੀ ਦੀਆਂ ਅੱਖਾਂ ਵਿੱਚੋਂ ਜਲ ਵਗਣ ਲੱਗ ਗਿਆ, ਕੈਂਚੀ ਵੇਖ ਕੇ ਮੇਰੇ ਕਲਗੀਧਰ ਮਹਾਰਾਜ ਦੀ ਮੋਹਰ ਕੇਸ ਕੱਟਣ ਲੱਗੇ ਆ। ਭਾਈ ਤਾਰੂ ਸਿੰਘ ਜੀ ਅਡੋਲ ਬੈਠੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਿਓ, ਇਹ ਤੁਹਾਡਾ ਬਿਰਧ ਹੈ, ਤੁਹਾਡਾ ਮੇਰੇ ਗਲ ਵਿੱਚ ਬਾਣਾ ਪਾਇਆ ਹੋਇਆ, ਮੇਰੀ ਜਿਹੜੀ ਸਿੱਖੀ ਹੈ ਕਲਗੀਆਂ ਵਾਲਿਆ, ਮੈਂ ਚਾਹੁੰਦਾ ਓਨਾ ਚਿਰ ਮੇਰੇ ਸਰੀਰ ਤੇ ਬਰਕਰਾਰ ਰਵੇ ਜਿੰਨਾ ਚਿਰ ਮੇਰੇ ਸਰੀਰ ਦੇ ਅੰਦਰ ਸਵਾਸ ਚੱਲਦੇ ਨੇ। ਜਿੰਨਾ ਚਿਰ ਮੇਰੇ ਅੰਦਰ ਸਵਾਸ ਹੈ ਉਹਨਾਂ ਸਮਾਂ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਵੇ। ਸਵਾਸ ਜਿੰਨਾ ਚਿਰ ਹੈ ਉਹਨਾਂ ਚਿਰ ਸਿੱਖੀ ਬਰਕਰਾਰ ਰਵੇ। ਮੇਰੇ ਬਾਣੇ ਦੀ ਲਾਜ ਰੱਖ ਲਈ ਕਲਗੀਆਂ ਵਾਲਿਆ, ਟੱਕ ਪੜਦੇ ਰੱਖ ਲਾਜ, ਨਾ ਕਰੀ ਕਿਸੇ ਦੇ ਮੁਥਾਜ, ਮੁਥਾਜ ਕਰੀ ਉਹਦੇ ਜੀ ਦੇ ਨੇਤਰਾਂ ਚ ਲਾਜ। ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਤੇਰੇ ਚਰਨਾਂ ਚ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ ਜੀ। ਸੇਵਕੀ ਆਪੇ ਰਾਖੇ, ਆਪੇ ਨਾਮ ਜਪਾਵੇ ਜੀ। ਭਾਈ ਤਾਰੂ ਸਿੰਘ ਜੀ ਬੇਨਤੀਆਂ ਕਰਦੇ, ਮਹਾਰਾਜ ਜੀ
अपने सेवक की आपे राखे आपे नाम जपावे, जह जह काज किरत सेवक की तहां तहां उठत आवे। सेवक को निकटी होए दिखावे, नेड़े हो के महाराज सेवक नूं दर्शन दिओ, मेरी लाज रखो। धन गुरु गोबिंद सिंह जी लाज रख लई कलगियां वालिया, बिरद बाणे अपने दी, लाज रख लई कलगियां वालिया, बिरद बाणे अपने दी, बिरद बाणे अपने दी, लाज बिरद बाणे अपने, लाज रख लई कलगियां वालिया, कलगियां वालिया, बिरद बाणे अपने दी, लाज रख लई कलगियां वालिया, बिरद बाणे अपने दी। ਭਾਈ ਤਾਰੂ ਸਿੰਘ ਜੀ ਨੇ ਜੁੜ ਕੇ ਭਾਵਨਾ ਨਾਲ ਸ਼ਰਧਾ ਨਾਲ ਭਰੋਸੇ ਜਾਣ ਕੇ ਬੇਨਤੀ ਕੀਤੀ, ਕਲਗੀਆਂ ਵਾਲਿਆ ਹੁਣ ਇੱਥੇ ਮੇਰਾ ਜ਼ੋਰ ਨਹੀਂ ਕੋਈ, ਇਹਨਾਂ ਨੇ ਬਾਹਾਂ ਪਿੱਛੇ ਬੰਨੀਆਂ, ਕੈਂਚੀ ਤਿਆਰ ਹੈ, ਜਲਾਦ ਖਲੋਤਾ, ਇਹਨਾਂ ਦੀਆਂ ਮਹਾਰਾਜ 4 ਸਵੇਰੇ ਫੌਜਾਂ ਨੇ, ਇਹ ਮੇਰੇ ਕੇਸ ਕੱਟ ਸਕਦੇ, ਪਰ ਜੇ ਤੂੰ ਰੱਖ ਲਵੇਂ ਤੇ ਲਾਜ ਰੱਖ ਸਕਦਾ। ਆਖੋ ਸਤਨਾਮ। ਮਹਾਰਾਜ ਕੋਈ ਕਲਾ ਵਰਤਾ ਦਿਓ ਗੁਰੂ ਗੋਬਿੰਦ ਸਿੰਘ ਜੀ। ਦੇਖੋ ਨਾ ਸਾਧ ਸੰਗੀ, ਆਪਾਂ ਅਰਦਾਸ ਵਿੱਚ ਰੋਜ਼ ਭਰੋਸਾ ਮੰਗਦੇ ਹਾਂ, ਭਰੋਸਾ ਦਾਨ, ਮਹਾਰਾਜ ਦਾਨ ਤੋਂ ਸਾਨੂੰ ਭਰੋਸਾ ਦਿਓ। ਸਿੱਖ ਅਰਦਾਸ ਕਰ ਲੈਂਦਾ, ਪਰ ਕਈ ਵਾਰੀ ਭਰੋਸਾ ਨਹੀਂ ਬਣਦਾ ਤੇ ਕਾਰਜ ਨਹੀਂ ਹੁੰਦਾ। ਆਖੋ ਸਤਨਾਮ। खुदा मंजूर करता है जो दुआ दिल से होती है, मुश्किल तो ये है कि दुआ मुश्किल से होती है। आखो सतनाम। दुआ अरदास नूं कहंदे ने, असीं अरदास कहने आ, मुसलमान दुआ कहंदे ने। कहंदे खुदा ते मंजूर कर लैंदा, पर जे दुआ दिल से होवे, दिल तो कोई भिज के करे, भरोसे नाल करे, भावना नाल करे, ते खुदा उसे वेले मंजूर कर लैंदा। खुदा मंजूर करता है जो दुआ दिल से होती है, मुश्किल तो ये है कि जे मुश्किल से होती है। अगली गल, जद कामल मुर्शिद मिल जावे, कामल मुर्शिद मिल जावे, जद कामल मुर्शिद मिल जावे, बात खुदा से होती है जदों कामल मुर्शिद मिल जावे, कामल मुर्शिद मिल जावे, ओ बात खुदा से, कामल मुर्शिद मिल जावे। फिर बात खुदा से होती है, कामल मुर्शिद मिल जावे, कामल मुर्शिद मिल जावे, कामल मुर्शिद मिल जावे। जद कामल मुर्शिद
ਮੁਰਸ਼ਦ ਗੁਰੂ ਮਿਲ ਜੇ, ਕਾਮਲ ਪੂਰਾ ਹੋਵੇ ਗੁਰੂ, ਫਿਰ ਗੱਲ ਸਿੱਧੀ ਖੁਦਾ ਨਾਲ ਨਹੀਂ ਕਰਵਾ ਦਿੰਦਾ। ਆਖੋ ਸਤਨਾਮ। ਇੱਕ ਵਿਦਵਾਨ ਨੇ ਇਹ ਲਿਖਿਆ, ਉਹ ਕਹਿੰਦਾ ਜਿੰਨੇ ਧਾਰਮਿਕ ਗ੍ਰੰਥ ਹੈ ਨਾ, ਜਿੰਨੇ ਵੀ ਧਾਰਮਿਕ ਗ੍ਰੰਥ ਹੈ, ਜਿਨ੍ਹਾਂ 'ਚ ਧਰਮ ਦੀ ਗੱਲ ਲਿਖੀ ਹੈ, ਜਿਨ੍ਹਾਂ 'ਚ ਰੱਬ ਦੀ ਗੱਲ ਲਿਖੀ ਹੈ, ਉਹ ਸਾਰੇ ਰੱਬ ਦੀਆਂ ਗੱਲਾਂ ਕਰਦੇ ਨੇ, ਪਰ ਕਹਿੰਦਾ ਗੁਰੂ ਗ੍ਰੰਥ ਸਾਹਿਬ ਰੱਬ ਦੀ ਗੱਲ ਨਹੀਂ ਕਰਦੇ। ਆਖੋ ਸਤਨਾਮ। ਜਿੰਨੇ ਬਾਕੀ ਧਾਰਮਿਕ ਗ੍ਰੰਥ ਹੈ, ਉਹ ਕਹਿੰਦਾ ਰੱਬ ਦੀਆਂ ਗੱਲਾਂ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦਾ ਰੱਬ ਦੀ ਗੱਲ ਨਹੀਂ ਕਰਦੇ। ਕਹਿੰਦੇ ਜੀ ਕਿਉਂ, ਇਹ ਕਿਹੜੀ ਗੱਲ ਕਰਦੇ? ਕਹਿੰਦੇ ਰੱਬ ਦੀ ਗੱਲ ਨਹੀਂ ਕਰਦੇ, ਇਹ ਰੱਬ ਨਾਲ ਗੱਲ ਕਰਾਉਂਦੇ ਨੇ। ਆਖੋ ਸਤਨਾਮ। ਰੱਬ ਦੀ ਗੱਲ ਨਹੀਂ ਕਰਦੇ, ਰੱਬ ਨਾਲ ਗੱਲ ਕਰਾਉਂਦੇ ਨੇ। ਜਦੋਂ ਕਾਮਲ ਮੁਰਸ਼ਿਦ ਮਿਲ ਜਾਵੇ ਤਾਂ ਬਾਤ ਖੁਦਾ ਸੇ ਹੋਤੀ ਹੈ। ਸਾਡੇ ਭਾਗ ਚੰਗੇ, ਸਾਨੂੰ ਕਾਮਲ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਿਲੇ ਆ। ਇਹਨੂੰ ਛੱਡ ਕੇ ਇੱਧਰ ਉੱਧਰ ਨਹੀਂ ਭਟਕਣਾ ਚਾਹੀਦਾ, ਇਹ ਸਾਡੀ ਬਦਕਿਸਮਤੀ ਹੈ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰ ਕਹਿੰਦੇ, ਸਿੱਖਾਂ ਜੇ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਤੇ ਤੇਰੇ ਕਰਮਾਂ 'ਚ ਫਰਕ ਹੈ, ਪੂਰੀ ਨਹੀਂ ਕਿਤੇ ਪੈਣੀ, ਐਵੇਂ ਕੰਧਾਂ 'ਚ ਨਾ ਟੱਕਰਾਂ ਮਾਰਦਾ ਫਿਰ। ਆਖੋ ਸਤਨਾਮ। ਜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇੱਧਰ ਉੱਧਰ ਜਾਂਦੇ ਆ ਨਾ, ਉਹ ਇਹੋ ਜਿਹੇ ਪੁੱਠੇ ਕੰਮ ਕਰਾਉਂਦੇ, ਬੰਦਾ ਆਪ ਸੋਚੀ ਜਾਵੇ, ਇਕੱਲਾ ਬੈਠਾ ਸ਼ਰਮ ਆਉਂਦੀ ਉਹਨੂੰ ਵੀ ਮੈਂ ਆਹ ਕੰਮ ਕਰਦਾ ਆ। ਆਖੋ ਸਤਨਾਮ। ਕਿਤੇ ਚਰਸਤਿਆਂ 'ਚ ਨਵਾਉਂਦੇ, ਕਿਤੇ ਦਰਖਤਾਂ ਤੇ ਚੜਾਉਂਦੇ, ਦਰਖਤਾਂ ਨੂੰ ਧਾਗੇ ਬਣਾਈ ਜਾਂਦੇ, 20 ਸਿਆਪੇ ਕਰਾਉਂਦੇ ਆ, ਫੇਰ ਕੰਮ ਨਹੀਂ ਰਾਸ ਆਉਂਦੇ, ਫੇਰ ਭਟਕ ਭੁਟਕ ਕੇ ਇੱਕ ਦਿਨ ਮੋੜੀ ਆਉਂਦਾ ਬੰਦਾ ਵਾਪਸ, ਨਹੀਂ ਯਾਰ ਇਹ ਵੀ ਐਵੇਂ ਹੀ ਸੀ, ਇਹ ਵੀ ਐਵੇਂ ਸੀ, ਇਹ ਵੀ ਐਵੇਂ ਸੀ। ਪੂਰਾ ਮੁਰਸ਼ਿਦ ਮਿਲਿਆ ਹੋਇਆ, ਕਾਮਲ ਹੈ ਗੁਰੂ ਗ੍ਰੰਥ ਸਾਹਿਬ ਜੀ, ਕੋਈ ਕਿਸੇ ਪਾਸਿਓਂ ਉਣਤਾਈ ਨਹੀਂ। ਜੇ ਨਹੀਂ ਕੋਈ ਵਸਤੂ ਮਿਲੀ ਤੇ ਕਰਮਾਂ 'ਚ ਫਰਕ ਹੈ, ਪੁੰਨ ਵਧਾ ਲੈ। ਦੋ ਕਾਰਨ ਹੁੰਦੇ ਆ, ਜਦ ਗੁਰੂ ਦੇ ਚਰਨਾਂ 'ਚ ਸਿੱਖ ਅਰਦਾਸ ਕਰੇ ਤੇ ਉਹਦੀ ਅਰਦਾਸ ਪ੍ਰਵਾਨ ਨਾ ਹੋਵੇ, ਉਹਨੂੰ ਵਸਤੂ ਨਾ ਮਿਲੇ, ਉਹਦੇ ਦੋ ਕਾਰਨ ਹੁੰਦੇ ਨੇ। ਇੱਕ ਕਾਰਨ ਇਹ ਹੈ, ਵਸਤੂ ਵੱਡੀ ਮੰਗਦਾ, ਤੇਰੇ ਪੁੰਨ ਘੱਟ ਨੇ, ਬਾਣੀ ਪੜ੍ਹ ਕੇ ਪੁੰਨ ਵਧਾ ਲਾ ਤੇ ਦਾਤ ਮਿਲ ਜੂ। ਦੂਸਰਾ ਕਾਰਨ ਇਹ ਹੈ, ਜੇ ਨਿਤਨੇਮ ਵੀ ਕਰਦਾ, ਸਿਮਰਨ ਵੀ ਕਰਦਾ, ਬਾਣੀ ਵੀ ਪੜ੍ਹਦਾ, ਭਾਵਨਾ ਵੀ ਰੱਖਦਾ, ਅਰਦਾਸ ਵੀ ਕਰਦਾ ਗੁਰੂ ਦੇ ਚਰਨਾਂ 'ਚ, ਫਿਰ ਵੀ ਦਾਤ ਨਹੀਂ ਮਿਲਦੀ, ਤੇ ਸਮਝ ਲੈਣਾ ਜੋ ਤੂੰ ਮੰਗ ਰਿਹਾ ਬਹੁਤ ਛੋਟਾ, ਗੁਰੂ ਤੈਨੂੰ ਉਸ ਤੋਂ ਕਈ ਗੁਣਾ ਜ਼ਿਆਦਾ ਦੇਣਾ ਚਾਹੁੰਦਾ। ਆਖੋ ਸਤਨਾਮ। ਵੱਡੀ ਦਾਤ ਸੰਭਾਲਣ ਦੇ ਅਜੇ ਤੂੰ ਯੋਗ ਨਹੀਂ। ਜੋ ਤੂੰ ਮੰਗਦਾ ਗੁਰੂ ਤਾਂ ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਉਹ ਤਾਂ ਉਸ ਤੋਂ ਵੀ ਜ਼ਿਆਦਾ ਤੈਨੂੰ ਦੇਣਾ ਚਾਹੁੰਦਾ। ਗੁਰੂ ਕਾਮਲ ਹੈ। ਭਾਈ ਤਾਰੂ ਸਿੰਘ ਜੀ ਨੇ ਅਰਦਾਸ ਕੀਤੀ ਤੇ ਅਰਦਾਸ ਕਰਨ ਤੋਂ ਬਾਅਦ ਵਿੱਚ ਐ ਮੁਸ਼ਕਾਂ ਹੱਥ ਪਿੱਛੇ ਨੇ, ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕੀਤਾ। ਜਦੋਂ ਉਹਨਾਂ ਜਲਾਦਾਂ ਨੇ ਭਾਈ ਤਾਰੂ ਸਿੰਘ ਜੀ ਦੇ ਕੇਸਾਂ ਦੇ ਕੋਲੇ ਕੈਂਚੀ ਕੀਤੀ ਨਾ, ਸਾਡਾ ਇਤਿਹਾਸ ਕਹਿੰਦਾ ਉਹ ਜਲਾਦ ਕਹਿੰਦਾ ਜ਼ਕਰੀਏ ਖਾਨ ਨੂੰ, ਕਹਿੰਦਾ ਮੇਰੀ ਕੈਂਚੀ ਇਹ ਸਿੱਖ ਦੇ ਕੇਸ ਨਹੀਂ ਕੱਟਦੀ। ਬੋਲੋ ਸਤਨਾਮ। ਕੇਸ ਕੱਟੇ ਹੀ ਨਹੀਂ ਜਾ ਰਹੇ। ਇਹ ਕਲਾ ਗੁਰੂ ਦੀ ਵਰਤਦੀ ਹੈ। ਸਾਧ ਸੰਗੀ ਅੱਜ ਵੀ ਗੁਰੂ ਦੀ ਕਲਾ ਵਰਤਦੀ ਹੈ। ਸਾਡੀ ਭਾਵਨਾ ਵਿੱਚ ਫਰਕ ਪੈ ਗਿਆ। ਸਾਡੀ ਸ਼ਰਧਾ ਪਤਾ ਕਿੱਥੇ ਟਿਕ ਗਈ ਹੁਣ? ਆਹ ਕਿਵੇਂ ਹੋ ਗਿਆ, ਆਹ ਕਿਵੇਂ ਹੋ ਸਕਦਾ, ਆਹ ਕਿਵੇਂ ਹੋ ਸਕਦਾ। ਪਰ ਸਾਧ ਸੰਗੀ ਸਿੱਖ ਦੀ ਭਾਵਨਾ ਇੱਥੇ ਹੁੰਦੀ ਹੈ, ਜਿਹੜਾ ਦੁਨੀਆ 'ਚ ਕਿਤੇ ਨਹੀਂ ਹੋ ਸਕਦਾ, ਉਹ ਕੰਮ ਵੀ ਮੇਰੇ ਗੁਰੂ ਦੇ ਚਰਨਾਂ 'ਚ ਹੋ ਸਕਦਾ, ਜੇ ਉਹ ਕਿਰਪਾ ਕਰੇ ਤਾਂ। ਆਖੋ ਸਤਨਾਮ। ਜੇ ਗੁਰੂ ਕਿਰਪਾ ਕਰ ਦੇਵੇ ਫਿਰ ਸਾਧ ਸੰਗੀ ਜਿਹੜਾ ਅਸੰਭਵ ਕੰਮ ਹੈ ਨਾ, ਉਹ ਵੀ ਸੰਭਵ ਹੋ ਜਾਂਦਾ, ਉਹ ਵੀ ਸੌਖਾ ਹੋ ਜਾਂਦਾ। ਜਿਹੜਾ ਲੋਕ ਕਹਿੰਦੇ ਹੋ ਹੀ ਨਹੀਂ ਸਕਦਾ, ਬਸ ਸਿਮਰਨ ਕਰਕੇ ਬਾਣੀ ਪੜ੍ਹ ਕੇ, ਤੇ ਬਾਣੀ ਦੀ ਪੰਕਤੀ ਤਾਂ ਇੱਥੋਂ ਤੱਕ ਮਹਾਰਾਜ ਜੀ ਕਹਿੰਦੇ ਨੇ, ਕੀੜੀ ਹਾਥੀ ਨੂੰ ਜਿੱਤ ਲੈਂਦੀ ਐਸੀ ਭਗਤੀ ਗੋਬਿੰਦ ਦੀ। ਕੀੜੀ ਹਾਥੀ ਨੂੰ ਜਿੱਤ ਲੈਂਦੀ ਭਗਤੀ ਗੋਬਿੰਦ ਦੀ। ਕੀੜੀ ਹਾਥੀ ਨੂੰ ਜਿੱਤ ਲੈਂਦੀ, ਕੀੜੀ ਹਾਥੀ ਨੂੰ ਜਿੱਤ ਲੈਂਦੀ ਐਸੀ, ਕੀੜੀ ਹਾਥੀ ਨੂੰ ਜਿੱਤ ਲੈਂਦੀ। ਐਸੀ ਭਗਤੀ ਗੋਬਿੰਦ ਦੀ, ਐਸੀ
ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਕਹਿੰਦੇ ਗੁਰੂ ਦੀ ਭਗਤੀ, ਗੁਰੂ ਤੇ ਭਾਵਨਾ, ਗੁਰੂ ਦੀ ਸ਼ਰਧਾ, ਗੁਰੂ ਦੀ ਕਿਰਪਾ ਇਹ ਜੀ ਵਰਤਦੀ ਹੈ। ਜੇ ਵਰਤ ਜੇ ਤਾਂ ਇੱਕ ਛੋਟੀ ਜੀ ਜਿਹੜੀ ਕੀੜੀ ਹੈ ਹਾਥੀ ਨੂੰ ਜਿੱਤ ਲੈਂਦੀ। ਬੋਲੋ ਸਤਨਾਮ। ਭਾਵ ਛੋਟੀਆਂ ਪਾਵਰਾਂ ਵਾਲੇ, ਛੋਟੇ ਲੋਕ, ਗਰੀਬ, ਉਹ ਵੀ ਸਾਧ ਸੰਗਤ ਜੀ ਉਹ ਵੱਡਿਆਂ ਵੱਡਿਆਂ ਤੇ ਸਾਧ ਸੰਗੀ ਫਤਿਹ ਪ੍ਰਾਪਤ ਕਰ ਲੈਂਦੇ। ਬੋਲੋ ਸਤਨਾਮ। ਵੱਡਿਆਂ ਵੱਡਿਆਂ ਨੂੰ ਸਾਧ ਸੰਗੀ ਜਿੱਤ ਲੈਂਦੇ ਨੇ, ਵੱਡਿਆਂ ਵੱਡਿਆਂ ਤੇ ਫਤਿਹ ਪਾ ਲੈਂਦੇ ਨੇ। ਤੋ ਖੈਰ ਸਾਧ ਸੰਗੀ ਭਾਈ ਤਾਰੂ ਸਿੰਘ ਜੀ ਨੇ ਅਰਦਾਸ ਕੀਤੀ ਤੇ ਉਹ ਕੇਸ ਨਾ ਕੱਟੇ ਗਏ। ਤੇ ਜਦੋਂ ਜ਼ਕਰੀਏ ਖਾਨ ਨੂੰ ਦੱਸਿਆ ਵੀ ਕੇਸ ਕੱਟੇ ਨਹੀਂ ਜਾਂਦੇ, ਕਹਿੰਦਾ ਖੋਪਰੀ ਲਾ ਦਿਓ। ਬੋਲੋ ਸਤਨਾਮ। ਉਹ ਭਾਈ ਤਾਰੂ ਸਿੰਘ ਨੇ ਜਦੋਂ ਕੰਨਾਂ 'ਚ ਆਵਾਜ਼ ਪਈ ਨਾ ਵੀ ਰੰਬੀ ਲੈ ਕੇ ਇਹਦੀ ਖੋਪਰੀ ਲਾ ਦਿਓ, ਜਿਹੜੀ ਖੋਪਰੀ ਤੇ ਕੇਸ ਨੇ, ਭਾਈ ਤਾਰੂ ਸਿੰਘ ਬੜੇ ਖਿੜ ਕੇ ਹੱਸੇ। ਕਹਿੰਦੇ ਹੱਸਦਾ ਕਿਉਂ ਐ? ਪਹਿਲੋਂ ਤੇ ਕੇਸ ਕੱਟਣੇ ਸੀ ਤੇਰੇ, ਹੁਣ ਤੇਰਾ ਸਿਰ ਕੱਟਣ ਲੱਗਿਆ, ਖੋਪਰੀ ਕੱਟਣ ਲੱਗਿਆ ਤੇਰੀ। ਭਾਈ ਤਾਰੂ ਸਿੰਘ ਕਹਿੰਦਾ ਕੇਸਾਂ ਤੋਂ ਬਿਨਾਂ ਬਾਕੀ ਸਰੀਰ ਭਾਵੇਂ ਮੇਰਾ ਬੰਦ ਕੱਟ ਦਿਓ, ਗੱਲ ਕੇਸਾਂ ਦੀ ਹੈ। ਬੋਲੋ ਸਤਨਾਮ। ਜਿਹੜਾ ਸਿੱਖ ਦਾ ਪਿਆਰ ਕੇਸਾਂ ਨਾਲ ਹੈ ਨਾ, ਸਰੀਰ ਦੇ ਹੋਰ ਕਿਸੇ ਅੰਗ ਨਾਲ ਪਿਆਰ ਨਹੀਂ। ਸਿੱਖ ਬੰਦ ਕਟਾ ਸਕਦਾ, ਖੋਪਰ ਲੁਹਾ ਸਕਦਾ, ਚਰਖੜੀ ਤੇ ਚੜ ਸਕਦਾ, ਆਪਣੇ ਆਪ ਨੂੰ ਰੂਹ ਵਿੱਚ ਲਪੇਟ ਕੇ ਕਹਿੰਦੇ ਇਹਨੂੰ ਅੱਗ ਲਾ ਦਿਓ, ਕਹਿੰਦਾ ਕੋਈ ਨਹੀਂ ਲਾ ਦਿਓ। ਕੇਸਾਂ ਨਾਲ ਪਿਆਰ ਹੈ, ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦੇਣੀ। ਜਦ ਕੇਸ ਸੜਨਗੇ ਤੇ ਨਾਲ ਮੈਂ ਵੀ ਸੜਾਂਗਾ, ਤਾਂ ਕੇਸ ਸੜਦੇ ਨੇ, ਐ ਨਹੀਂ ਸਿੱਖ ਸੜਨ ਦਿੰਦਾ। ਬੋਲੋ ਸਤਨਾਮ। ਫਤਵਾ ਲੱਗਿਆ ਤੇ ਭਾਈ ਤਾਰੂ ਸਿੰਘ ਜੀ ਅਡੋਲ ਬੈਠੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਹੀ ਰਹੇ। ਜਲਾਦ ਨੇ ਨੇੜੇ ਆਣ ਕੇ ਇੱਥੇ ਰੰਬੀ ਰੱਖ ਕੇ ਥੌੜੇ ਨਾਲ ਮਾਰਨਾ ਸ਼ੁਰੂ ਕੀਤਾ ਤੇ ਸਹਿਜੇ ਲਾਹੌਰ ਦੀ ਧਰਤੀ ਤੇ ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰ ਦਿੱਤਾ। ਬੋਲੋ ਸਤਨਾਮ। ਸਰੀਰ ਵੱਖਰਾ, ਸਰੀਰ ਵੱਖਰਾ, ਸਿਰ ਵੱਖਰਾ, ਇੱਥੋਂ ਉੱਪਰੋਂ ਮੱਥੇ ਤੋਂ ਖੋਪਰੀ ਉਤਾਰੀ ਹੈ। ਪਰ ਖੋਪਰੀ ਉਤਾਰਨ ਤੋਂ ਬਾਅਦ ਵੀ ਭਾਈ ਤਾਰੂ ਸਿੰਘ ਜੀ ਸ੍ਰੀ ਜਪਜੀ ਸਾਹਿਬ ਪੜ੍ਹ ਰਹੇ ਨੇ। ਖੂਨ ਦੇ ਫੁਹਾਰੇ ਚੱਲਦੇ ਨੇ। ਏਦਾਂ ਅਨੁਭਵ ਕਰੋ, ਆਪਣੀ ਸੁਰਤ 'ਚ ਦਰਸ਼ਨ ਕਰੋ ਕਿਹੋ ਜਿਹਾ ਸਮਾਂ ਹੋਊ। ਇੱਥੋਂ ਖੋਪਰੀ ਲਾ ਕੇ ਕੇਸਾਂ ਸਮੇਤ ਵੱਖਰੀ ਧਰਤੀ, ਖੂਨ ਦੇ ਫੁਹਾਰੇ ਚੱਲੀ ਜਾਂਦੇ ਐ। ਤੇ ਭਾਈ ਤਾਰੂ ਸਿੰਘ ਜੀ ਕਦੀ ਆਪਣੇ ਨੇਤਰ ਵੀ ਖੋਲਦੇ ਨੇ ਤੇ ਸ੍ਰੀ ਜਪਜੀ ਸਾਹਿਬ ਜੀ ਨਿਰੰਤਰ ਚੱਲਦਾ ਰਿਹਾ। ਬੋਲੋ ਸਤਨਾਮ। ਜਦੋਂ ਇਦਾਂ ਹੋਇਆ ਨਾ ਤੇ ਭਾਈ ਤਾਰੂ ਸਿੰਘ ਜੀ ਦੇ ਸਰੀਰ ਨੂੰ ਰਾਮਗੜੀਏ ਬੁੰਗੇ ਵਿੱਚ ਪਹੁੰਚਾ ਦਿੱਤਾ ਗਿਆ। ਉੱਥੇ ਜਾ ਕੇ ਅਜੇ ਜਿਉਂਦੇ ਨੇ, ਅਜੇ ਵੇਖਦੇ ਨੇ, ਅਜੇ ਬੋਲ ਰਹੇ ਨੇ ਸ੍ਰੀ ਜਪਜੀ ਸਾਹਿਬ ਜੀ ਦੀਆਂ ਪੰਕਤੀਆਂ। ਇੱਕ ਕੰਧ ਦੇ ਨਾਲ ਢੋ ਲਾ ਕੇ ਭਾਈ ਤਾਰੂ ਸਿੰਘ ਜੀ ਦਾ ਸਰੀਰ ਐ ਰੱਖਤਾ। ਜ਼ਕਰੀਆ ਖਾਨ ਘਰ ਚਲਿਆ ਗਿਆ ਤੇ ਇੰਨਾ ਡਰ ਗਿਆ, ਬਿਮਾਰ ਹੋ ਗਿਆ। ਰਾਤ ਜਾ ਕੇ ਬਿਮਾਰ ਹੋ ਗਿਆ, ਬੁਖਾਰ ਚੜ ਗਿਆ, ਦੌਰੇ ਪੈਣ ਲੱਗ ਪਏ। ਸਵੇਰ ਨੂੰ ਪਤਾ ਲੱਗਿਆ, ਕਹਿੰਦੇ ਜ਼ਕਰੀਏ ਖਾਨ ਨੂੰ ਤੇ ਬੰਨ ਪੈ ਗਿਆ। ਜਦੋਂ ਜ਼ਕਰੀਏ ਖਾਨ ਨੂੰ ਬੰਨ ਪਿਆ, ਬੜੇ ਵੈਦ ਹਕੀਮ ਬੁਲਾਏ, ਬੜੀਆਂ ਦਵਾਈਆਂ, ਬੜੀਆਂ, ਸਾਰੀ ਰਾਤ ਲੱਗੇ ਰਹੇ। ਅਗਲਾ ਦਿਨ ਚੜਿਆ, ਜ਼ਕਰੀਏ ਖਾਨ ਦੀ ਜਿਹੜੀ ਬੇਗਮ ਸੀ ਕੋਲੇ ਆਈ, ਕਹਿੰਦੀ ਤੁਹਾਨੂੰ ਸਮਝ ਜਾਣਾ ਚਾਹੀਦਾ ਸੀ, ਜਦ ਸਿੱਖ ਦੇ ਕੇਸ ਕੈਂਚੀ ਨਹੀਂ ਕੱਟਦੀ ਫਿਰ ਕੋਈ ਤੇ ਕਲਾ ਵਰਤੀ ਰਹੀ ਹੈ ਨਾ। ਆਖੋ ਸਤਨਾਮ। ਇੰਨਾ ਜ਼ਿਆਦਾ ਹੰਕਾਰ ਆਪਣੇ ਰਾਜ ਦਾ, ਇੰਨਾ ਸਤਾ ਦਾ ਮਾਣ ਹੈ ਕਿ ਮੈਂ ਕੁਝ ਵੀ ਕਰ ਸਕਦਾ, ਕੇਸ ਨਹੀਂ ਕੱਟੇ ਗਏ, ਮੈਂ ਖੋਪਰੀ ਲਵਾ ਸਕਦਾ। ਤੁਹਾਨੂੰ ਇੰਨਾ ਕੁ ਸੋਚ ਲੈਣਾ ਚਾਹੀਦਾ ਸੀ। ਇੱਥੋਂ ਤੱਕ ਆਪਣੇ ਰਾਜ ਮੱਧ ਦੇ ਨਸ਼ੇ ਵਿੱਚ ਗੁਲਤਾਨ ਹੋ ਕੇ ਇੰਨਾ ਪਾਪ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ। ਉਹ ਜਿਹਦਾ ਖੋਪਰ ਲੁਹਾਇਆ ਉਹ ਤੇ ਅਜੇ ਵੀ ਖੁਸ਼ੀ ਨਾਲ ਹੱਸ ਰਿਹਾ। ਬੇਗਮ ਕਹਿੰਦੀ ਮੈਂ ਸੁਣਿਆ ਉਹ ਤੇ ਅਜੇ ਵੀ ਪਾਠ ਕਰੀ ਜਾਂਦਾ। ਪਰ ਖੋਪਰ ਲਵਾਉਣ ਵਾਲਿਆ ਤੇਰਾ ਕੀ ਹਾਲ ਹੈ, ਤੇਰਾ ਕੀ ਬਣਿਆ? ਉਸ ਵੇਲੇ ਸਾਧ ਸੰਗੀ ਕਹਿੰਦੇ ਬੜੇ ਇਲਾਜ, ਬੜਾ ਕੁਝ ਹੋਇਆ। ਜਦੋਂ ਬੇਗਮ ਨੇ ਇਹ ਗੱਲ ਕਹੀ, ਫਿਰ ਉਸ ਵੇਲੇ ਜ਼ਕਰੀਏ ਖਾਨ ਨੂੰ ਚੇਤਾ ਆਇਆ ਵੀ ਇਹ ਜਿਹੜਾ ਸਾਰਾ ਕੰਮ ਮੇਰੇ ਤੋਂ ਕਰਾਇਆ ਨਾ, ਹਰਭਜਨ ਜੰਡਿਆਲੀਏ ਨੇ ਕਰਾਇਆ। ਉਹ ਕਹਿੰਦਾ ਸੀ ਇਦਾਂ ਕਰ ਦੇਣਾ ਚਾਹੀਦਾ, ਉਹ ਵੀ ਉਦੋਂ ਕੋਲ ਸੀ। ਕਹਿੰਦਾ ਕੇਸ ਨਹੀਂ ਕੱਟੇਗੇ, ਖੋਪਰੀ ਲਾ ਦੇਣੀ ਚਾਹੀਦੀ, ਲਵਾ ਦਿਓ ਖੋਪਰੀ ਇਹਦੀ, ਮਾਰ ਦਿਓ ਜਿੱਦਾਂ ਵੀ ਮਰਦਾ। ਕਹਿੰਦਾ ਉਹਨੂੰ ਬੁਲਾ ਕੇ ਲਿਆਓ। ਬੁਲਾਇਆ ਤੇ ਉਹਨੂੰ ਵੀ ਸਾਧ ਸੰਗੀ ਫਿਰ ਕੋਟਰੇ ਮਰਵਾ ਕੇ ਜ਼ਕਰੀਏ ਖਾਨ ਨੇ ਕਿਹਾ ਇਹਨੂੰ ਮਾਰ ਹੀ ਦਿਓ। ਉਹਨੂੰ ਵੀ ਮਾਰ ਦਿੱਤਾ
ਤੇ ਜ਼ਕਰੀਏ ਖਾਂ ਨੂੰ ਬੰਨ ਪੈ ਗਿਆ। ਇੱਕ ਦਿਨ ਲੰਘ ਗਿਆ, 2 ਦਿਨ 4 ਦਿਨ, ਬੜੀਆਂ ਦਵਾਈਆਂ। ਫਿਰ ਸਾਧ ਸੰਗੀ ਭਾਈ ਤਾਰੂ ਸਿੰਘ ਹੋਣਾ ਕੋਲ ਆਪਣੇ ਅਹਿਲਕਾਰ ਭੇਜੇ। ਜ਼ਕਰੀਆ ਖਾਂ ਕਹਿੰਦਾ ਮੇਰਾ ਬੰਨ ਨਹੀਂ ਖੁੱਲਦਾ, ਮੈਨੂੰ ਪਿਸ਼ਾਬ ਨਹੀਂ ਆਉਂਦਾ। ਬੋਲੋ ਸਤਨਾਮ। ਨਾ ਮੇਰੀ ਜਾਨ ਨਿਕਲਦੀ ਹੈ, ਨਾ ਬੰਨ ਖੁੱਲਦਾ। ਭਾਈ ਤਾਰੂ ਸਿੰਘ ਜੀ ਬਾਣੀ ਪੜ੍ਹਦੇ ਹੱਸਦੇ ਨੇ ਤੇ ਸੰਗਤ ਜੀ ਫਿਰ ਸਹਿਜ ਨਾਲ ਬੋਲ ਕੇ ਕਹਿੰਦੇ ਆ ਸਾਡੇ ਪੈਰਾਂ ਦਾ ਜੋੜਾ ਲੈ ਜਾਓ, ਉਹਦੇ ਸਿਰ 'ਚ ਮਾਰੋ ਜਾ ਕੇ। ਆਖੋ ਸਤਨਾਮ। ਸਾਡੇ ਪੈਰਾਂ ਦਾ ਜੋੜਾ ਲੈ ਜਾਓ ਤੇ ਨਾਲ ਉਹਨੂੰ ਯਾਦ ਕਰਾਇਓ, ਤੂੰ ਕਹਿੰਦਾ ਸੀ ਭਾਈ ਤਾਰੂ ਸਿਆਂ ਤੇਰੀ ਸਿੱਖੀ ਮੈਂ ਪੈਰ ਦੇ ਜੋੜੇ ਵਿੱਚ ਰੋਲ ਦੇਣੀ ਹੈ। ਅਸੀਂ ਤੈਨੂੰ ਕਿਹਾ ਸੀ ਕਿ ਆਪਣੇ ਪੈਰ ਦੀ ਜੁੱਤੀ ਅੱਗੇ ਲਾ ਕੇ ਤੈਨੂੰ ਨਰਕਾਂ ਨੂੰ ਲੈ ਕੇ ਜਾਵਾਂਗੇ। ਆਖੋ ਸਤਨਾਮ। ਜਦੋਂ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ ਲਿਜਾ ਕੇ ਜ਼ਕਰੀਏ ਖਾਂ ਦੇ ਸਿਰ ਵਿੱਚ ਮਾਰਿਆ ਤੇ ਉਹਦਾ ਬੰਨ ਖੁੱਲਿਆ, ਉਹਨੂੰ ਆਰਾਮ ਮਿਲਿਆ ਥੋੜਾ ਜਿਹਾ। ਤੇ ਸਮੇਂ ਦਾ ਬਾਦਸ਼ਾਹ ਜ਼ਕਰੀਆ ਖਾਨ ਜਿਹਦੇ ਹੁਕਮ ਤੇ ਦੁਨੀਆ ਬਦਲ ਜਾਂਦੀ, ਕਾਨੂੰਨ ਬਦਲ ਜਾਂਦੇ ਸੀ, ਉਹ ਪਤਾ ਕੀ ਕਹਿ ਰਿਹਾ ਬੋਲ ਕੇ? ਕਹਿੰਦਾ ਮੇਰੇ ਸਿਰ 'ਚ ਹੋਰ ਮਾਰੋ, ਛਿੱਤਰ ਹੋਰ ਮਾਰੋ, ਜ਼ੋਰ ਦੀ ਮਾਰੋ, ਮੈਨੂੰ ਆਰਾਮ ਮਿਲਦਾ। ਆਖੋ ਸਤਨਾਮ। ਉਹਦੇ ਹੀ ਆਪਣੇ ਸਿਪਾਹੀ, ਉਹਦੇ ਹੀ ਆਪਣੇ ਅਹਿਲਕਾਰ, ਉਹਦੇ ਹੀ ਆਪਣੇ ਅੰਗ ਰੱਖਿਅਕ ਉਹਦੇ ਸਿਰ ਵਿੱਚ ਛਿੱਤਰ ਮਾਰਦੇ। ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ, ਅਖੀਰ ਇੰਨੇ ਜੋੜੇ ਇੰਨੇ ਛਿੱਤਰ ਮਾਰੇ ਕਿ ਜ਼ਕਰੀਆ ਖਾਂ ਭਾਈ ਤਾਰੂ ਸਿੰਘ ਦੇ ਜੋੜੇ ਛਿੱਤਰ ਦੀ ਮਾਰ ਖਾਂਦਾ ਹੋਇਆ ਨਰਕਾਂ ਨੂੰ ਚਲਿਆ ਗਿਆ। ਭਾਵ ਉਹਦੀ ਮੌਤ ਹੋ ਗਈ। ਬੋਲੋ ਸਤਨਾਮ। ਜਦੋਂ ਭਾਈ ਤਾਰੂ ਸਿੰਘ ਜੀ ਨੂੰ ਖਬਰ ਮਿਲੀ, ਖੋਪਰ ਲੱਥਣ ਤੋਂ ਬਾਅਦ ਵਿੱਚ ਉਸ ਦਿਨ ਤੱਕ ਸਾਡਾ ਇਤਿਹਾਸ ਕਹਿੰਦਾ 22 ਦਿਨ ਲੰਘ ਚੁੱਕੇ ਸੀ। 22 ਦਿਨ। ਬੋਲੋ ਸਤਨਾਮ। 1745 ਈਸਵੀ ਦੀ ਗੱਲ ਹੈ ਸਾਧ ਸੰਗਤ ਜੀ। 1720 ਵਿੱਚ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ ਪੂਲੇ ਨਗਰ ਵਿੱਚ। 1745 ਵਿੱਚ ਸ਼ਹਾਦਤ ਦਾ ਜਾਮ ਪੀਂਦੇ ਐ। ਤੇ ਪਿਆਰ ਕੀ ਸੀ ਕਲਗੀਆਂ ਵਾਲੇ ਦੇ ਤਾਈ, ਸਿੱਖੀ ਦੇ ਤਾਈ ਪ੍ਰੀਤ ਕੀ ਹੈ ਸੱਚੇ ਪਾਤਸ਼ਾਹ। ਕਿਤੇ ਸਾਡੀ ਵੀ ਨਵਾਦੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਵੀ। ਕਿਤੇ ਸਾਡੀ ਵੀ ਨਵਾਦੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਵੀ। ਦਿਨ ਲੰਘ ਕੇ ਖੋਪਰ ਸਿਰ ਤੋਂ ਵੱਖਰਾ ਹੈ। ਖੋਪਰ ਲੱਥੇ ਹੋਏ ਨੂੰ 22 ਦਿਨਾਂ ਬਾਅਦ ਤਾਰੂ ਸਿੰਘ, ਭਾਈ ਤਾਰੂ ਸਿੰਘ ਜੀ ਬਾਣੀ ਪੜ੍ਹਦੇ ਰਹੇ। ਜ਼ਕਰੀਆ ਖਾਨ ਤੜਫਦਾ ਰਿਹਾ। 2 ਦਿਨ ਲਗਾਤਾਰ ਸਿਰ ਵਿੱਚ ਛਿੱਤਰ ਖਾਂਦਾ ਰਿਹਾ ਆਪਣੇ ਅਹਿਲਕਾਰਾਂ ਤੋਂ। ਜਦੋਂ ਮਰ ਗਿਆ ਭਾਈ ਤਾਰੂ ਸਿੰਘ ਜੀ ਨੂੰ ਸੁਨੇਹਾ ਪਹੁੰਚਿਆ, ਸਿੰਘ ਸਾਹਿਬ ਜੀ, ਭਾਈ ਸਾਹਿਬ ਜੀ, ਭਾਈ ਤਾਰੂ ਸਿੰਘ ਜੀ, ਜ਼ਕਰੀਆ ਖਾਨ ਪਾਪੀ ਨਰਕ ਸੁਧਾਰ ਗਿਆ। ਭਾਈ ਤਾਰੂ ਸਿੰਘ ਜੀ ਨੇ ਜਕਾਰਾ ਛੱਡਿਆ, ਸਿੰਘਾਂ ਨੂੰ ਫਤਿਹ ਬੁਲਾਈ ਤੇ ਆਪਣਾ ਸਰੀਰ ਸ਼ਾਂਤ ਕਰ ਦਿੱਤਾ। ਬੋਲੋ ਸਤਨਾਮ। ਬਾਣੀ ਚ ਬਚਨ ਆਏ ਨੇ, ਹਰ ਕਾ ਸੇਵਕ ਜੋ ਹਰ ਭਾਵੇ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਰਾਰੀ ਰੇ। ਉਹਨਾਂ ਦੀ ਕਥਾ ਇੰਨੀ ਨਿਰਾਲੀ ਹੈ, ਸੁਣਨ ਵਾਲਾ ਕਹਿੰਦਾ ਏਦਾਂ ਹੋ ਸਕਦਾ। ਆਖੋ ਸਤਨਾਮ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਰਾਰੀ ਰੇ। ਆਵੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ।
ਉਹ ਆਪਣੀ ਮੌਜ ਵਿੱਚ ਸਰੀਰ ਛੱਡ ਜਾਂਦੇ ਆ। ਮੌਤ ਤੇ ਜਿੱਤ ਪ੍ਰਾਪਤ ਕੀਤੀ ਹੁੰਦੀ, ਮੌਤ ਉਹਨਾਂ ਨੂੰ ਨਹੀਂ ਆ ਸਕਦੀ। ਉਹ ਮੌਤ ਨੂੰ ਆਪ ਆਵਾਜ਼ ਮਾਰਦੇ ਆ ਜਦੋਂ ਉਹਨਾਂ ਨੂੰ ਲੋੜ ਪਵੇ, ਤਾਂ ਮੌਤ ਉਹਨਾਂ ਨੂੰ ਮਾਰ ਸਕਦੀ ਹੈ। ਭਾਈ ਤਾਰੂ ਸਿੰਘ ਜੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਗੇ। ਜੈਸੀ ਉਪਜੀ ਪੇਟ ਤੇ ਸੋ ਤੈਸੀ ਨਿਭੇ ਓੜ ਹੀਰਾ, ਤਿਸ ਕਾ ਬਾਪਰਾ ਪੁਜੇ ਨਾ ਰਤਨ ਕਰੋੜ। ਜਿਹੋ ਜੀ ਲਾਈ ਉਹੋ ਜੀ ਨਿਭਾਗੇ। ਆਓ ਉਹਨਾਂ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਿਆ ਕਰੀਏ। ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਹੋਰ ਕੁਝ ਨਹੀਂ ਕਰ ਸਕਦੇ, ਸਿੱਖੀ ਸਰੂਪ ਤੇ ਸੰਭਾਲ ਹੀ ਸਕਦੇ ਆ ਨਾ। ਕੇਸਾਂ ਧਾਰੀ ਹੋਵੋ, ਕੇਸਾਂ ਦੀ ਬੇਦਬੀ ਨਾ ਕਰੋ। 52 ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੰਦੇੜ ਦੀ ਧਰਤੀ ਤੇ ਕੀਤੇ ਸੀ ਸੱਚਖੰਡ ਜਾਣ ਲੱਗਿਆਂ। ਉਹਨਾਂ 52 ਬਚਨਾਂ ਵਿੱਚ ਇੱਕ ਬਚਨ ਮਹਾਰਾਜ ਨੇ ਕੀਤਾ, ਕਹਿੰਦੇ ਸਿੱਖਾ ਕੇਸਾਂ ਨੂੰ ਗੁਰੂ ਸਮਾਨ ਕਰਕੇ ਸਤਿਕਾਰ ਦੇਣਾ। ਬੋਲੋ ਸਤਿਨਾਮ। ਜਿੰਨਾ ਤੂੰ ਗੁਰੂ ਦਾ ਸਤਿਕਾਰ ਕਰਨਾ, ਓਨਾ ਹੀ ਆਪਣੇ ਕੇਸਾਂ ਦਾ ਸਤਿਕਾਰ ਵੀ ਕਰਨਾ। ਬੋਲੋ ਸਤਿਨਾਮ। ਅੱਜ ਲੋੜ ਹੈ ਕੇਸਾਂ ਧਾਰੀ ਹੋਵੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਪੰਜਾਂ ਕਕਾਰਾਂ ਦੇ ਧਾਰਨੀ ਹੋਵੋ, ਨਸ਼ਿਆਂ ਦਾ ਤਿਆਗ ਕਰੋ, ਘਰਾਂ ਵਿੱਚ ਬਾਣੀ ਪੜਿਆ ਕਰੋ। ਬੋਲੋ ਸਤਿਨਾਮ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਆਸਰਾ ਦੁੱਖ ਭੰਜਨ ਤੇਰਾ ਨਾਮ ਜੀ। ਦੁੱਖ ਭੰਜਨ ਤੇਰਾ ਬਾਣੀ ਦਾ ਆਸਰਾ ਹੈ। ਨਿਤਨੇਮ ਦਾ ਆਸਰਾ ਹੈ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰੱਬ ਰਹਿਆ ਸਭ ਨੀ ਜਾਈ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਬਾਣੀ ਦਾ ਆਸਰਾ, ਘਰਾਂ ਵਿੱਚ ਬਾਣੀ ਪੜੋ, ਨਿਤਨੇਮ ਕਰੋ, ਸਹਿਜ ਪਾਠ ਕਰਿਆ ਕਰੋ, ਸ਼ਹੀਦਾਂ ਦੀਆਂ ਦਾਸਤਾਨਾਂ ਪੜਿਆ ਕਰੋ, ਆਪਣੇ ਬੱਚਿਆਂ ਨੂੰ ਸੁਣਾਇਆ ਕਰੋ, ਨਾਲ ਅਰਦਾਸ ਕਰਦੇ ਰਹਿਣਾ, ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ। ਆ ਪੰਕਤੀ ਪੜੋ, ਫਿਰ ਸਮਾਪਤੀ ਕਰੀਏ। ਕਿਤੇ ਸਾਡੀ ਵੀ ਨਿਵਾਦੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਵੀ। ਸਾਡੀ ਨਿਵਾਦੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਲਾਈ ਉਹਨਾਂ ਦੀ। ਫਿਰ ਹੜੀ ਸੋ ਨਿਭੈ ਨਾਲੇ। ਪੀਰਾਂ ਦੇ ਨਾਲ ਮੁਰੀਦਾਂ ਦੀ, ਗੁਰੂਆਂ ਦੇ ਨਾਲ ਸੇਵਕਾਂ ਦੀ ਗੁਰੂ ਕਿਰਪਾ ਕਰੇ, ਜਿਹੇ ਜੀ ਲੱਗੀ ਉਹੇ ਜੀ ਨਿਭ ਜਾਵੇ। ਆਖੋ ਸਤਨਾਮ।
खैर समा इजाजत नहीं दे रहा। रोम रोम करके ऐसे महान शहीद भाई तारू सिंह जी वर्गे उन्हां दियां महान कुर्बानियां नूं नमस्कार है, जिन्हां ने दीन वास्ते, मजहब वास्ते, धर्म वास्ते, गऊ गरीब की रखिया वास्ते, देग ते तेग वास्ते अपने आप का बलिदान दिता। धर्म वास्ते अपने शरीर की, अपने सिर की आहुति दिती। पूरने पाए, भर जवानी सी, 25 साल की उम्र सी भाई तारू सिंह जी की, जदों भाई तारू सिंह जी लाहौर की धरती ते शहादत का जाम पी गए। रोम रोम करके उन्होंने कुर्बानी नूं नमस्कार है। समा इजाजत नहीं दे रहा। सतगुरां दा धन्नवाद, आप जी सारिया संगतां दा, प्रबंधकां दा, इत्थों की कमेटी मैनेजमेंट का धन्नवाद है। तुसीं बड़ा सोहना उदम कीता ते महीनावारी गुरमत समागम तुसीं पक्का कर लिया। बड़ी चंगी गल है। कोई ना कोई गुरमुख प्यारे आउंदे है, रब की गल सुणाउंदे ने। ये जिहड़े गुरुद्वारा साहब हुंदे आ ना जी, ये धार्मिक ਸਕੂਲ ਹੁੰਦੇ ਨੇ, ਯੂਨੀਵਰਸਿਟੀਆਂ ਹੁੰਦੀਆਂ ਨੇ। ਇੱਥੋਂ ਬੱਚੇ ਅਸੀਂ ਸਾਰੇ ਸਿਖਿਆਰਥੀ ਹੈ, ਅਸੀਂ ਕੁਝ ਸਿੱਖਣਾ ਹੁੰਦਾ। ਜੇ ਗੁਰਦੁਆਰਾ ਸਾਹਿਬ ਸਵੇਰੇ ਸ਼ਾਮ ਖੁੱਲ੍ਹਦਾ, ਆਏ ਮੱਥਾ ਟੇਕਿਆ, ਪ੍ਰਸ਼ਾਦ ਲੈ ਕੇ ਚਲੇ ਗਏ, ਫਿਰ ਬਹੁਤਾ ਲਾਭ ਨਹੀਂ ਮਿਲਦਾ। ਇੱਥੇ ਬਹਿਣਾ ਹੁੰਦਾ ਚੌਂਕੜੇ ਲਾ ਕੇ, ਬੱਚਿਆਂ ਦੀ ਤਰ੍ਹਾਂ ਗੁਰੂ ਦੇ ਕੋਲੋਂ ਇੱਕ ਇੱਕ ਬਚਨ ਧਿਆਨ ਨਾਲ ਸੁਣਨਾ, ਉਹਨੂੰ ਮੰਨਣਾ ਤੇ ਜੀਵਨ 'ਚ ਕਮਾਉਣਾ। ਸਹਿਜੇ ਸਹਿਜੇ ਫਿਰ ਰੰਗ ਲਾਗਤ 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 ਹੈ। रंग लगदियां लगदियां बड़ियां रूहां सतसंग विचों रंगीਆਂ ਜਾਂਦੀਆਂ ने। गुरुद्वारे लाए भावनी, एक ना 10वां द्वार दिखाया। आ भावनी लगी हुई है सतसंग रूपी, ਇਹਦੇ ਵਿੱਚੋਂ पता नहीं किनू ਕਿਹੜੇ बचन तो रंग चढ़ जाना। बोलो सतनाम। खैर आप जी सारियां संगतां दा बहुत धन्नवाद है। बाबा जी आए ने, उन्हां दा धन्नवाद है। बड़े विद्वान है, बड़े प्यार वाले है। मैनू दसिया भाई रमान सिंह ने लंबे समय तो आप जी के नगर च सेवा कर रहे हैं। तो भाई रमान सिंह तो साडे नाल रहा बहुत चिर जथे च, फिर महाराज ने इत्थे सेवा देती, हुण इत्थे भी कर लैंदा, कदी कदी साडे नाल भी चलिया जांदा। सतगुरु किरपा करे। इदां ही तुहाडा संगत दा गुरु साहब नाल, गुरु के वजीरां नाल, उन्हां दा तुहाडा संगत नाल प्यार बनिया रहे। आ गुरु नानक दे घर दीआं, गुरु हरराज साहब महाराज के दर घर दीआं रौनकां इदां ही लगियां रहण। समा इजाजत नहीं दे रहा। इतने क बचन आप जी ने प्रवान करने। भुलां दी खिमा जी, अगे तो समत बख्शिश करनी। सारी संगत श्री आनंद साहिब विच बोलो। फिर महाराज दे चरणां च अरदास विच सावधान होवांगे। श्री मुखवाक सरवण करांगे। उस तो अगला प्रोग्राम आप जी नूं बाबा जी सरवण करवा देणगे। सारी संगत कोई रसना वांझी ना रवे। सारे बोलो, बाणी पढ़ो। बाणी दियां पवित्र पंक्तियां अपनी रसना ते लियाओ। राम कली महला तीजा आनंद। एक ओंकार सतगुर प्रसाद जी आनंद पाया मेरी माए। सतगुरु मैं पाया। शब्दो तंगावो हरि केरा मन जिनी वसाया। हर नाल रहो तुम मन मेरे, तू पिता तू विसारण। कह नानक मन मेरे सदा रहो हर नाले।
ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈ। ਕਰ ਸੁਭਾਗੀ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ। ਕਹੇ ਨਾਨਕ ਤੈ ਸੁਖ ਹੋਵਾ ਤਿਸ ਕਰ ਅਨਹਦ ਵਾਜੀ। ਅਨੰਦ ਸੁਣੋ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੂਰੇ ਸਲੋਕ। ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੰਤ ਜਨਾ ਮਿਲ। ਕਰ ਕਿਰਪਾ ਹਰ ਸਰਬ ਸੁਖ ਹਰ ਨਾਮ ਵਡਾਈ। ਸਤਿਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕੇ ਦੇ